ਸਤਨਾਮ ਸ਼੍ਰੀ ਵਾਲਮੀਕੀ ਸਾਹਿਬ ਜੀ। ਸਤਨਾਮ ਸ਼੍ਰੀ ਵਾਲਮੀਕੀ ਸਾਹਿਬ ਜੀ। ਸਤਿਗੁਰ ਬੋਲੇ ਪਿਆਰਿਓ, ਸ਼੍ਰੀ ਵਾਲਮੀਕੀ ਭਗਵੰਤ ਤ੍ਰੈ ਲੋਕੀ ਦੇ ਸਾਜਣਹਾਰੇ, ਉਹੀ ਆਦ ਉਹੀ ਅੰਤ। ਵੇਦਾਂ ਵਿੱਚ ਫਰਮਾ ਗਏ ਸ਼੍ਰੀ ਵਾਲਮੀਕੀ ਭਗਵਾਨ। ਸਭ ਤੋਂ ਉੱਤਮ ਪੁਰਸ਼ ਇਸਤਰੀ ਦੁਨੀਆ ਵਿੱਚ ਮਹਾਨ। ਲੱਖ 84 ਜੀਵ ਨੇ ਈਸ਼ਵਰ ਦਾ ਪਰਿਵਾਰ। ਪਰ ਸਭ ਤੋਂ ਸ੍ਰੇਸ਼ਟ ਹੈ ਸ੍ਰਿਸ਼ਟੀ ਤੇ ਨਰ ਨਾਰ। ਪਸ਼ੂ ਪਖੇਰੂ ਦੁਨੀਆ ਅੰਦਰ ਜਿਤਨੇ ਹਨ ਆਬਾਦ। ਖਾਂਦੇ ਪੀਂਦੇ ਬੰਦਿਆਂ ਵਾਂਗਰ ਪੈਦਾ ਕਰਨ ਔਲਾਦ। ਲੱਖ 84 ਮੇਦਨੀ ਜੀਵ ਜਗਤ ਭਰਪੂਰ। ਹਰ ਕੇ ਅੰਦਰ ਚਮਕਦਾ ਹੈ ਆਦ ਪੁਰਖ ਦਾ ਨੂਰ। ਹੈ ਪਰ ਰੱਬੀ ਗਿਆਨ ਦਾ ਜੋ ਹੈ ਨੂਰ ਮਹਾਨ। ਉਹ ਬਖਸ਼ਿਆ ਆਤਮ ਜਾਤ ਨੂੰ ਸ਼੍ਰੀ ਵਾਲਮੀਕੀ ਭਗਵਾਨ। ਐ ਪਰ ਰੱਬੀ ਗਿਆਨ ਦਾ ਜੋ ਹੈ ਨੂਰ ਮਹਾਨ। ਉਹ ਬਖਸ਼ਿਆ ਆਦਮ ਜਾਤ ਨੂੰ ਸ਼੍ਰੀ ਵਾਲਮੀਕੀ ਭਗਵਾਨ। ਰੱਬੀ ਉਸ ਗਿਆਨ ਦਾ ਹਰ ਹਿਰਦੇ ਵਿੱਚ ਵਾਸ। ਸ਼ਬਦ ਗੁਰੂ ਬਿਨੇ ਉਸ ਦਾ ਹੁੰਦਾ ਨਹੀਂ ਪ੍ਰਕਾਸ਼। ਰੱਬੀ ਉਸ ਗਿਆਨ ਦਾ ਹਰ ਹਿਰਦੇ ਵਿੱਚ ਵਾਸ। ਸ਼ਬਦ ਗੁਰੂ ਬਿਨੇ ਉਸ ਦਾ ਹੁੰਦਾ ਨਹੀਂ ਪ੍ਰਕਾਸ਼। ਜੋ ਬੋਲੇ ਸੋ ਨਿਰਭੈ ਪ੍ਰਭੂ ਵਾਲਮੀਕੀ ਮਹਾਰਾਜ ਜੀ ਕੀ ਜੈ। ਸਤਨਾਮ ਸਤਿਗੁਰੂ ਹਜ਼ਰਤ ਕਾਮਦਰਸ਼ੀ ਸ੍ਰਿਸ਼ਟੀ ਕਰਤਾ ਵਾਲਮੀਕੀ ਭਗਵਾਨ ਜੀ ਮਹਾਰਾਜ ਸਹਾਏ। ਸ਼ਬਦ ਗੁਰੂ ਮਹਾਰਾਜ ਜੀ ਸਹਾਏ। ਸੋ ਹਾਜ਼ਰ ਹੋਏ ਰੱਬ ਦੇ ਪਿਆਰਿਆਂ ਨੂੰ, ਸਤਿਗੁਰ ਦੇ ਪਿਆਰਿਆਂ ਨੂੰ ਕੋਟਿ ਕੋਟ ਹਿਰਦੇ ਦੀ ਗਹਿਰਾਈਆਂ ਤੋਂ ਪ੍ਰਣਾਮ ਹੈ। ਸੋ ਘਰਾਂ ਵਿੱਚ ਸਾਜੀ ਵਿਰਾਜੀ ਉਸ ਪ੍ਰਮਾਤਮਾ ਦੀ ਸਮੂਹ ਸੰਗਤ ਨੂੰ, ਸਭ ਜੀਵਾਂ ਨੂੰ ਕੋਟਿ ਕੋਟ ਪ੍ਰਣਾਮ ਹੈ। ਜੈ ਗੁਰਦੇਵ, ਧੰਨ ਗੁਰਦੇਵ, ਜੈ ਪੀਰ, ਜੈ ਪਰ, ਜੈ ਸੰਵਿਧਾਨ।
ਜੈ ਬੋਲ ਨਿਵਾਸੀ, ਜੈ ਵਾਲਮੀਕੀ। ਸੋ ਆ ਜਾਂਦੇ ਅੱਜ ਦੇ ਵਿਚਾਰ ਤੇ। ਸੋ ਸੰਗਤ ਜੀਓ, ਕਹਿੰਦੇ ਸੱਚ ਜਿਹੜਾ ਨਾ ਉਹ ਹਮੇਸ਼ਾ ਹੀ ਕੜਵਾ ਹੁੰਦਾ ਹੈ। ਸੱਚ ਹਮੇਸ਼ਾ ਹੀ ਕੌੜਾ ਹੁੰਦਾ ਹੈ। ਜੇ ਫਾਂਸੀ ਚੜੀ ਹੈ, ਸੂਲੀ ਚੜੀ ਹੈ, ਪੱਥਰ ਪਏ ਆ, ਉਹ ਸੱਚ ਨੂੰ ਪਏ ਆ। ਤੇ ਸੱਚ ਉਹ ਪਰਮਾਤਮਾ, ਸੱਚ ਉਹ ਸਤਿਗੁਰੂ ਹੈ। ਦੇਖੋ, ਵਿਚਾਰ ਬਾਣੀ ਕਰਦੇ ਆ, ਸੱਚੀ ਗੱਲ ਆਪਣੇ ਆਪ ਹੀ ਮੁੱਖ ਤੇ ਆ ਜਾਂਦੀ ਹੈ। ਅਤੇ ਕਈ ਵਾਰ ਉਹ ਸੱਚੀ ਗੱਲ ਵੀ ਬੰਦੇ ਨੂੰ ਕੌੜੀ ਲੱਗਦੀ ਹੈ, ਸੱਟ ਕਰ ਜਾਂਦੀ ਹੈ, ਚੋਟ ਕਰ ਜਾਂਦੀ ਹੈ। ਹੁਣ ਸਤ ਸੰਗ ਹੈ, ਸਤਸੰਗ ਹੋ ਰਿਹਾ। ਸਤ ਸੰਗ ਭਾਵ ਸੱਚ ਦਾ ਸੰਗ ਕਰਨਾ, ਸੱਚ ਦਾ ਸੰਗ ਕਰਨਾ, ਸੱਚੇ ਸਤਿਗੁਰੂ ਦਾ ਸੰਗ ਕਰਨਾ, ਸੱਚ ਪਰਮੇਸ਼ਵਰ ਦਾ ਸੰਗ ਕਰਨਾ। ਹੁਣ ਜਿੱਥੇ ਸਤਸੰਗ ਹੁੰਦਾ ਉੱਥੇ ਗੱਲ ਸੱਚ ਦੀ ਹੀ ਹੋਣੀ ਚਾਹੀਦੀ ਹੈ, ਤੇ ਸੱਚ ਦੀ ਗੱਲ ਹੁੰਦੀ ਵੀ ਹੈ। ਤੇ ਕਈ ਵਾਰ ਉਹ ਸੱਚ ਬੰਦੇ ਦੇ ਮਨ ਨੂੰ ਠੇਸ ਵੀ ਦੇ ਜਾਂਦਾ ਹੈ, ਸੱਟ ਵੀ ਕਰ ਜਾਂਦਾ ਹੈ। ਪਰ ਇੱਥੇ ਸਤਿਗੁਰੂ ਮਹਾਰਾਜ ਸਮਝਾਉਣਾ ਕਰਦੇ ਨੇ, ਮਹਾਂਪੁਰਖ ਸਮਝਾਉਣਾ ਕਰਦੇ ਨੇ, ਭਾਈ ਸੱਚ ਉਚਾਰਨਾ ਹੈ, ਸੱਚ ਬੋਲਣਾ ਹੈ, ਪਰ ਕਿਸੇ ਢੰਗ ਤਰੀਕੇ ਦੇ ਨਾਲ। ਕਿ ਸੰਤਾਂ ਨੇ ਵੀ ਸੱਚ ਬੋਲਿਆ ਹੈ, ਪਰ ਥੋੜ੍ਹਾ ਵੱਲ ਪਾ ਕੇ ਕਹਿ ਲਈਏ ਆਪਾਂ, ਥੋੜ੍ਹਾ ਘੁਮਾ ਕੇ ਸੱਚ ਬੋਲਿਆ ਜ਼ਰੂਰ ਹੈ, ਪਰ ਘੁਮਾ ਕੇ ਬੋਲਿਆ। ਆਪਾਂ ਉਹੀ ਸੱਚ ਡਾਇਰੈਕਟ ਬੋਲ ਦਿੰਦੇ ਆ, ਉਹ ਕਰ ਜਾਂਦਾ ਹੈ ਸੱਟ, ਕਿਸੇ ਹਿਰਦੇ ਨੂੰ ਦੁਖੀ ਕਰ ਜਾਂਦਾ ਹੈ। ਪਰ ਕਿਸੇ ਹਿਰਦੇ ਨੂੰ ਦੁੱਖ ਦੇਣ ਵਾਲੀ ਭਾਵਨਾ ਨਾਲ ਬੋਲਿਆ ਸੱਚ ਵੀ ਗੁਨਾਹ ਬਣ ਜਾਂਦਾ ਹੈ, ਮਾੜਾ ਹੋ ਜਾਂਦਾ ਹੈ। ਹੁਣ ਉੱਤਮ ਕੀ ਹੈ? ਸੱਚ ਉੱਤਮ ਜਾਂ ਝੂਠ ਉੱਤਮ ਹੈ, ਇਹ ਸਮੇਂ ਦੇ ਮੁਤਾਬਕ ਹੈ। ਕਿਤੇ ਆਪਾਂ ਵਿਚਾਰ ਕਰਾਂਗੇ। ਹੁਣ ਕਿਤੇ ਬੋਲਿਆ ਸੱਚ ਵੀ ਗੁਨਾਹ ਬਣ ਜਾਂਦਾ ਹੈ, ਤੇ ਕਿਤੇ ਬੋਲਿਆ ਝੂਠ ਵੀ ਇੱਕ ਪੁੰਨ ਬਣ ਜਾਂਦਾ ਹੈ ਸਮੇਂ ਅਨੁਸਾਰ। ਕਿਤੇ ਬੋਲਿਆ ਝੂਠ ਵੀ ਉੱਤਮ ਹੋ ਜਾਂਦਾ ਹੈ, ਸੁੱਖ ਦੇ ਦਿੰਦਾ ਹੈ। ਇਹੋ ਜਿਹਾ ਸਮਾਂ ਹੁੰਦਾ ਜਿੱਥੇ ਬੋਲਿਆ ਹੋਇਆ ਸੱਚ ਵੀ ਪਾਪ ਬਣ ਜਾਂਦਾ, ਗੁਨਾਹ ਬਣ ਜਾਂਦਾ ਹੈ। ਤੇ ਮਹਾਂਪੁਰਖ ਸਮਝਾਉਂਦੇ ਸਤ ਸਾਹ ਦੇ ਅਗਰ ਸੱਚ ਵੀ ਬੋਲਣਾ ਹੈ ਤੇ ਕਿਸੇ ਤਰੀਕੇ ਦੇ ਨਾਲ, ਢੰਗ ਦੇ ਨਾਲ, ਤਾਂ ਜੋ ਅਗਲੇ ਪ੍ਰਾਣੀ ਅੱਗੇ ਸੱਟ ਨਾ ਲੱਗੇ। ਜਿਵੇਂ ਕੱਲ੍ਹ ਆਪਾਂ ਵਿਚਾਰ ਕਰਦੇ ਸੀ, ਕਿਉਂਕਿ ਬਾਣੀ 'ਚ ਇਹ ਗੱਲ ਆਉਂਦੀ ਹੈ, ਆਪਾਂ ਕਰ ਦਿੱਤੀ ਡਾਇਰੈਕਟ। ਉਹੀ ਗੱਲ ਆਪਾਂ ਹੁਣ ਵੱਲ ਪਾ ਕੇ ਕਰਾਂਗੇ, ਜਿੱਦਾਂ ਸਤਿਨਾਮ ਉਹ ਕਹਿੰਦੇ ਸਮਝਾਉਣਾ ਕਿੱਦਾਂ, ਉੱਦਾਂ ਆਪਾਂ ਗੱਲ ਕਰਾਂਗੇ। ਗੱਲ ਉਹੀ ਹੈ। ਜਿਵੇਂ ਕੱਲ੍ਹ ਵਿਚਾਰ ਹੋਇਆ ਕਿ ਭਾਈ ਅਭਿਆਸ ਤੋਂ ਬਿਨਾਂ, ਸ਼ਬਦ ਤੋਂ ਬਿਨਾਂ, ਨਾਮ ਤੋਂ ਬਿਨਾਂ, ਧਿਆਨ ਤੋਂ ਬਿਨਾਂ, ਅੰਤਰ ਗਿਆਨ ਤੋਂ ਬਿਨਾਂ ਬੰਦਾ ਜਿਹੜਾ ਪਸ਼ੂਆਂ ਦੇ ਬਰਾਬਰ ਹੈ। ਹੁਣ ਇਹੀ ਗੱਲ ਤਾਂ ਸੱਚ ਹੈ, ਬਿਲਕੁਲ ਸੱਚੋ ਸੱਚ ਹੈ। ਪਰ ਇਹੀ ਗੱਲ ਕਈਆਂ ਦੇ ਮਨਾਂ 'ਤੇ ਸੱਟ ਵੀ ਕਰਕੇ ਹੋਏਗੀ, ਕਿਉਂਕਿ ਇੱਦਾਂ ਹੋ ਚੁੱਕਾ ਹੈ। ਇੱਕ ਸਤਸੰਗੀ ਸਤਸੰਗ ਕਰ ਰਿਹਾ, ਕੀਰਤਨ ਕਰ ਰਿਹਾ, ਨਾਮ ਧਾਰੀ ਹੈ। ਉਹ ਸਤਸੰਗ ਕਰਦੇ ਕਰਦੇ ਨੇ ਵਿਚਾਰ ਕਰ ਦਿੱਤੀ, ਭਾਈ ਸ਼ਬਦ ਤੋਂ ਬਿਨਾਂ ਬੰਦਾ ਪਸ਼ੂਆਂ ਸਮਾਨ ਹੈ। ਅਤੇ ਜਿਨ੍ਹਾਂ ਨੇ ਸੁਣਿਆ ਉਹਨਾਂ ਨੇ ਕਰ ਲਿਆ ਝਗੜਾ ਕਿ ਭਾਈ ਅੱਜ ਤੂੰ ਗੁਰੂ ਵਾਲਾ ਹੋ ਕੇ ਸਾਨੂੰ ਪਸ਼ੂ ਦੱਸਦਾ ਹੈ, ਤੂੰ ਕਿੱਥੋਂ ਦਾ ਵੱਡਾ ਹੈ। ਕਰ ਗਈ ਨਾ ਸੱਟ। ਗੱਲ ਸੱਚ ਹੈ, ਪਰ ਸੱਟ ਕਰ ਗਈ। ਇੱਥੇ ਆਪਾਂ ਸੰਤਾਂ ਮਹਾਂਪੁਰਖਾਂ ਜਿੱਦਾਂ ਸਮਝਾਉਣਾ ਕੀਤਾ, ਉੱਦਾਂ ਆਪਾਂ ਗੱਲ ਕਰਦੇ ਹਾਂ। ਗੱਲ ਸੱਚ ਹੈ। ਹੁਣ ਇੱਥੇ ਹੀ ਚਲੋ ਇਸ ਘਰ ਦੇ ਅੰਦਰ ਪਰਮਾਤਮਾ ਜੀਵ ਆਇਆ। ਇਹ ਵਿਚਾਰ ਸਾਡੇ ਮਨ ਵਿੱਚ ਉਸੇ ਸਮੇਂ ਦੀ ਉਭਰੀ ਸੀ ਕਿ ਚਲੋ ਸਮਾਂ ਆਇਆ ਸਾਂਝੀ ਕਰਾਂਗੇ। ਰੱਬ ਦਾ ਜੀਵ ਆਇਆ ਇਸ ਘਰ ਦੇ ਅੰਦਰ। ਉਹ ਸਮਾਂ ਸੀ ਜਦੋਂ ਆਪਾਂ ਅਰਦਾਸ ਕਰਿਆ ਕਰਦੇ ਸੀ। ਅਰਦਾਸ ਵਿੱਚ ਇਹ ਉਚਾਰਿਆ ਕਰਦੇ ਸੀ, ਪਰਮਾਤਮਾ ਆਪਣੇ
ਜੀਵਾਂ ਤੇ, ਡੰਗਰਾਂ ਤੇ, ਪ੍ਰੇਤਾਂ ਤੇ ਦਇਆ ਵਰਸਾਓ। ਆਪਾਂ ਡੰਗਰ ਜ਼ਿਕਰ ਕਰਿਆ ਕਰਦੇ ਸੀ, ਪ੍ਰੇਤ ਜ਼ਿਕਰ ਕਰਿਆ ਕਰਦੇ ਸੀ ਕਿ ਪ੍ਰੇਤਾਂ ਤੇ ਡੰਗਰਾਂ ਤੇ ਦਇਆ ਵਰਸਾਓ, ਮਿਹਰ ਭਰਿਆ ਹੱਥ ਰੱਖੋ। ਤੇ ਜੀਵ ਆਇਆ ਰੱਬ ਦਾ ਪਿਆਰਾ ਆਇਆ ਕਿ ਭਾਈ ਅਰਦਾਸ ਤਾਂ ਬਹੁਤ ਸੋਹਣੀ ਹੈ, ਪਿਆਰੀ ਹੈ, ਪਰ ਤੁਸੀਂ ਇਹ ਡੰਗਰ ਸ਼ਬਦ ਨਾ ਲਾਓ। ਇਸ ਕੇ ਚਲੋ ਠੀਕ ਹੈ, ਨਹੀਂ ਲੈਂਦੇ ਕਿ ਡੰਗਰ ਸਦਾ ਸੂਟ ਨਹੀਂ ਕਰਦਾ, ਚੰਗਾ ਲੱਗਦਾ, ਪਸ਼ੂ ਕਹਿ ਲਿਆ ਕਰੋ। ਚਲੋ ਠੀਕ ਹੈ, ਪਸ਼ੂ ਕਹਿ ਲਿਆ ਕਰਾਂਗੇ। ਸੋ ਉਹਨਾਂ ਨੇ ਸ਼ਬਦ ਉਚਾਰਿਆ, ਦੋ ਲੈਣਾ ਉਚਾਰੀਆਂ, ਮਨ ਚ ਆਇਆ ਚਲੋ ਕਦੇ ਸਮਾਂ ਮਿਲਿਆ ਤਾਂ ਇਸ ਵਿਚਾਰ ਕਰਾਂਗੇ। ਕਾਫੀ ਮਹੀਨੇ ਗੁਜ਼ਰ ਗਏ, ਉਹ ਅੱਜ ਸਮਾਂ ਆਇਆ, ਚਲੋ ਸਾਂਝਾ ਕਰ ਲੈਂਦੇ ਹਾਂ। ਹੁਣ ਪਹਿਲਾਂ ਤਾਂ ਭਾਈ ਬਾਣੀ ਅੰਦਰ ਡੰਗਰ ਸ਼ਬਦ ਵੀ ਆਉਂਦਾ ਹੈ, ਉਹ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ। ਬਾਣੀ ਅੰਦਰ ਡੰਗਰ ਸ਼ਬਦ ਵੀ ਆਇਆ ਤੇ ਬਾਣੀ ਅੰਦਰ ਪਸ਼ੂ ਵੀ ਆਇਆ ਤੇ ਬਾਣੀ ਅੰਦਰ ਜਨੌਰ ਵੀ ਆਇਆ, ਜਨੌਰ ਸ਼ਬਦ ਵੀ ਆਇਆ, ਤਿੰਨੇ ਸ਼ਬਦ ਆਏ। ਡੰਗਰ ਵੀ ਆਇਆ, ਪਸ਼ੂ ਵੀ ਆਇਆ, ਜਨੌਰ ਵੀ ਆਇਆ, ਜਾਨਵਰ ਵੀ ਆਇਆ, ਪੰਛੀ ਪਰਿੰਦੇ ਵੀ ਆਇਆ। ਹੁਣ ਗੱਲ ਸ਼ਬਦ ਦੀ ਨਹੀਂ ਹੈ, ਗੱਲ ਹੈ ਇਸ਼ਾਰੇ ਦੀ। ਇਸ਼ਾਰਾ ਕਿੱਧਰ ਹੈ? ਉਸ ਰੱਬ ਦੇ ਪਿਆਰੇ ਨੇ ਤਾਂ ਇਸ਼ਾਰਾ ਪਸ਼ੂਆਂ ਵੱਲ ਕੀਤਾ ਸੀ, ਪਰ ਇਹ ਇਸ਼ਾਰਾ ਜਿਹੜਾ ਪਸ਼ੂਆਂ ਵੱਲ ਨਹੀਂ ਹੈ। ਇਸ਼ਾਰਾ ਕਿੱਧਰ ਹੈ? ਉਹ ਇਸ਼ਾਰੇ ਨੂੰ ਸਮਝੀਏ। ਜਿਵੇਂ ਕਹਿਣਾ ਕੀਤਾ ਕਿ ਅਭਿਆਸ ਤੋਂ ਬਿਨਾਂ, ਧਿਆਨ ਤੋਂ ਬਿਨਾਂ, ਅੰਤਰ ਗਿਆਨ ਤੋਂ ਬਿਨਾਂ, ਸਾਧਨਾ ਤੋਂ ਬਿਨਾਂ, ਭਗਤੀ ਤੋਂ ਬਿਨਾਂ, ਬੰਦਗੀ ਤੋਂ ਖਾਲੀ ਜੋ ਹਿਰਦਾ ਹੈ ਉਹ ਪਸ਼ੂਆਂ ਦੇ ਸਮਾਨ ਹੈ, ਉਹ ਜੀਵ ਪਸ਼ੂਆਂ ਦੇ ਸਮਾਨ ਹੈ। ਤੇ ਗੱਲ ਸੱਚੋ ਸੱਚ ਹੈ। ਉਹ ਕਿੱਦਾਂ ਸੱਚ ਹੈ? ਉਹ ਆਪਸ ਵਿੱਚ ਸਾਂਝੀ ਕਰਦੇ ਆ। ਜਿਵੇਂ ਬਾਣੀ ਅੰਦਰ ਆਉਂਦਾ ਹੈ ਕਿ ਜਿਸ ਬੰਦੇ ਦੇ ਪਿਆਰੇ ਹਿਰਦੇ ਨੇ ਭਗਵਾਨ, ਉਹ ਬੰਦੇ ਦੇ ਰੂਪ ਵਿੱਚ ਸਮਝੋ ਇੱਕ ਹੈਵਾਨ। ਹੈਵਾਨ ਤੁਸੀਂ ਸਮਝੋ ਕਿਹਨੂੰ ਕਹਿੰਦੇ ਹੋ? ਕਿ ਜਿਸ ਬੰਦੇ ਦੇ ਪਿਆਰੇ ਹਿਰਦੇ ਨਹੀਂ ਭਗਵਾਨ। ਭਗਵਾਨ, ਭਗਵਾਨ ਸ਼ਬਦ ਨੂੰ ਪਹਿਲਾਂ ਸਮਝੋ। ਭਗਵਾਨ ਸ਼ਬਦ ਇੱਕ ਗੁਣ ਹੈ। ਭਗਵਾਨ ਉਹ ਪਰਮਾਤਮਾ ਚਲੋ ਕਿਹਾ ਗਿਆ ਹੈ, ਪਰ ਉਹ ਵੀ ਗੁਣ ਹੈ ਇੱਕ ਭਗਵਾਨ। ਭੱਬੇ ਤੇ ਭਗਤੀ ਕਹਿ ਲਓ, ਭਉ ਕਹਿ ਲਓ, ਪ੍ਰੇਮ ਕਹਿ ਲਓ, ਗੱਗੇ ਤੇ ਗਿਆਨ ਕਹਿ ਲਓ। ਵਾਨ ਜਿਹੜਾ ਇਸ ਚੀਜ਼ ਦੇ ਨਾਲ ਭਰਪੂਰ ਹੈ, ਭਾਵ ਕਿ ਭਗਤੀ ਦੇ ਨਾਲ, ਪ੍ਰੇਮ ਦੇ ਨਾਲ ਤੇ ਗਿਆਨ ਦੇ ਨਾਲ। ਜਿਹੜਾ ਭਗਤੀ ਦੇ ਨਾਲ, ਪ੍ਰੇਮ ਦੇ ਨਾਲ, ਗਿਆਨ ਦੇ ਨਾਲ ਭਰਪੂਰ ਹਿਰਦਾ ਹੈ ਨਾ, ਉਹ ਹੈ ਭਗਵਾਨ। ਉਹ ਗੁਣ ਹੈ ਕਿ ਜਿਸ ਦੇ ਅੰਦਰ ਇਹ ਗੁਣ ਨਹੀਂ ਹੈ, ਭਗਤੀ ਵਾਲੇ, ਪ੍ਰੇਮ ਵਾਲੇ, ਗਿਆਨ ਵਾਲੇ, ਅੰਤਰ ਗਿਆਨ ਵਾਲੇ, ਉਹ ਜੀਵ ਜਿਹੜਾ ਹੈਵਾਨ ਦੇ ਸਮਾਨ ਹੈ। ਹੈਵਾਨ ਜਿਸ ਬੰਦੇ ਦੇ ਪਿਆਰਿਓ ਹਿਰਦੇ ਨਹੀਂ ਭਗਵਾਨ, ਉਹ ਬੰਦੇ ਦੇ ਰੂਪ ਵਿੱਚ ਸਮਝੋ ਇੱਕ ਹੈਵਾਨ। ਅੱਗੇ ਹੀ ਮੇਰੇ ਸਤਿਗੁਰੂ ਸਮਝਾਉਣਾ ਕਰਦੇ ਨੇ ਉਸ ਜੀਵ ਨੂੰ, ਚੋਟ ਕਰਦੇ ਨੇ ਸੱਚ ਦੀ ਕਿ ਉਹ ਧਰਤੀ ਤੇ ਬੋਝ ਹੈ, ਉਹ ਧਰਤੀ ਤੇ ਸਮਝੋ ਭਾਰ। ਉਸ ਬੰਦੇ ਤੋਂ ਪਸ਼ੂ ਹੈ ਉੱਤਮ ਚੰਗਾ ਲੱਖ ਹਜ਼ਾਰ। ਦੇਖ ਲਓ ਤੁਸੀਂ, ਤੁਹਾਡੇ ਸਾਹਮਣੇ ਹੀ ਹੈ। ਇੱਥੇ ਪਸ਼ੂ ਜ਼ਿਕਰ ਆਇਆ ਤੇ ਇਸ਼ਾਰਾ ਕਿੱਧਰ ਹੈ? ਇਸ਼ਾਰਾ ਪਸ਼ੂਆਂ ਵੱਲ ਨਹੀਂ ਹੈ, ਇਸ਼ਾਰਾ ਸਾਰੇ ਦਾ ਸਾਰਾ ਬੰਦੇ ਦੇ ਵੱਲ ਹੈ। ਜਿਹੜਾ ਹਿਰਦਾ, ਜਿਹੜਾ ਜੀਵ ਭਗਤੀ ਤੋਂ ਖਾਲੀ ਹੈ, ਭਉ ਪ੍ਰੇਮ ਤੋਂ ਖਾਲੀ ਹੈ, ਗਿਆਨ ਤੋਂ ਖਾਲੀ ਹੈ, ਉਹ ਜੀਵ ਦੀ ਗੱਲ ਆਈ ਹੈ। ਕਿ ਉਹ ਜੀਵ ਭਾਈ ਹੈ ਤਾਂ ਇਨਸਾਨ ਹੀ ਹੈ, ਪਰ ਇਨਸਾਨ ਦੇ ਰੂਪ ਵਿੱਚ ਉਹ ਹੈਵਾਨ ਹੈ। ਉਹ ਧਰਤੀ ਤੇ ਬੋਝ ਹੈ, ਉਹ ਧਰਤੀ ਤੇ ਬੋਝ ਹੈ, ਭਾਰ ਹੈ। ਉਹ ਧਰਤੀ ਤੇ ਬੋਝ ਹੈ, ਉਹ ਧਰਤੀ ਤੇ ਸਮਝੋ ਭਾਰ। ਉਸ ਬੰਦੇ ਤੋਂ ਪਸ਼ੂ ਹੈ ਉੱਤਮ ਚੰਗਾ ਲੱਖ ਹਜ਼ਾਰ। ਕਿ ਇਹੋ ਜਿਹੇ ਬੰਦੇ ਤੋਂ ਪਸ਼ੂ ਕਿਤੇ ਲੱਖ ਗੁਣਾ ਉੱਤਮ ਹੈ, ਚੰਗਾ ਹੈ। ਗੱਲ ਤਾਂ ਸੱਚ ਹੈ, ਕੜਵੀ ਹੈ। ਇਹ ਸਤਿਗੁਰੂ ਗਿਆਨਨਾਥ ਮਹਾਰਾਜ ਬਾਣੀ ਅੰਦਰ ਆਪ ਸਮਝਾਉਂਦੇ ਨੇ। ਇਹ ਸਾਰਾ ਇਸ਼ਾਰਾ ਬੰਦੇ ਦੇ ਵੱਲ ਹੈ, ਪਸ਼ੂਆਂ ਵੱਲ ਇਸ਼ਾਰਾ ਨਹੀਂ ਹੈ।
ਹੁਣ ਇੱਥੇ ਹੀ ਉੱਥੇ ਅਗਲੀ ਪੰਕਤੀ ਵਿੱਚ ਮਹਾਰਾਜ ਕਿ ਜਿਸ ਦਿਲ ਵਿੱਚ ਦਇਆ ਨਹੀਂ ਹੈ ਅਤੇ ਨਾ ਹੀ ਈਸ਼ਵਰ ਦਾ ਕੋਈ ਭੈ, ਉਹ ਬੰਦਾ ਬੰਦੇ ਦੇ ਰੂਪ ਵਿੱਚ ਡੰਗਰ ਬਰਾਬਰ ਪਿਆਰੋ ਹੈ। ਇੱਥੇ ਡੰਗਰ ਆਇਆ ਕਿ ਜਿਸ ਦੇ ਦਿਲ ਵਿੱਚ ਦਇਆ ਨਹੀਂ ਹੈ, ਦਇਆ ਧਰਮ ਨਹੀਂ ਹੈ, ਤਰਸ ਨਹੀਂ ਹੈ, ਜਿਸ ਦੇ ਵਿੱਚ ਦਇਆ ਨਹੀਂ ਹੈ ਅਤੇ ਨਾ ਹੀ ਈਸ਼ਵਰ ਦਾ ਕੋਈ ਭੈ, ਜਿਸ ਹਿਰਦੇ ਪਰਮਾਤਮਾ ਨੂੰ ਡਰ ਨਹੀਂ ਹੈ, ਪਰਮਾਤਮਾ ਦਾ ਖੌਫ ਨਹੀਂ ਹੈ, ਸਤਿਗੁਰ ਦਾ ਖੌਫ ਨਹੀਂ, ਸਤਿਗੁਰ ਡਰ ਨਹੀਂ ਹੈ, ਉਹ ਬੰਦੇ ਦੀ ਗੱਲ ਹੈ। ਜਿਸ ਦਿਲ ਵਿੱਚ ਦਇਆ ਨਹੀਂ ਹੈ, ਨਾ ਹੀ ਈਸ਼ਵਰ ਦਾ ਕੋਈ ਭੈ, ਉਹ ਬੰਦਾ ਬੰਦੇ ਦੇ ਰੂਪ ਵਿੱਚ ਡੰਗਰ ਬਰਾਬਰ ਪਿਆਰ ਹੈ। ਇੱਥੇ ਬੰਦੇ ਡੰਗਰ ਕਿਹਾ ਹੈ ਕਿ ਡੰਗਰਾਂ ਦੇ ਬਰਾਬਰ ਹੀ ਹੈ, ਸਮ ਹੀ ਹੈ, ਉੱਚਾ ਨੀਵਾਂ ਨਹੀਂ ਹੈ, ਬਰਾਬਰ ਹੀ ਹੈ। ਹੁਣ ਡਰ ਦੀ ਗੱਲ ਹੈ ਕਿ ਪਰਮਾਤਮਾ ਸਾਨੂੰ ਡਰਾਉਂਦਾ ਨਹੀਂ ਹੈ, ਤੁਸੀਂ ਸਭ ਮੇਰੇ ਤੋਂ ਡਰੋ, ਸਤਿਗੁਰ ਸਾਨੂੰ ਡਰਾਉਂਦਾ ਨਹੀਂ ਹੈ। ਪਰ ਡਰ ਵੀ ਦੋ ਤਰੀਕੇ ਦਾ ਹੈ, ਦੋ ਤਰੀਕੇ ਦਾ ਡਰ ਹੈ। ਇੱਕ ਡਰ ਹੁੰਦਾ ਪ੍ਰੇਮ ਵਾਲਾ ਡਰ, ਮੁਹੱਬਤ ਵਾਲਾ, ਇਸ਼ਕ ਵਾਲਾ ਡਰ। ਇੱਥੇ ਉਹ ਪ੍ਰੇਮ ਵਾਲੇ ਡਰ ਦੀ ਗੱਲ ਹੈ, ਦੂਸਰੇ ਡਰ ਦੀ ਨਹੀਂ ਹੈ ਜੋ ਭੂਤਾਂ ਪ੍ਰੇਤਾਂ ਤੋਂ ਡਰਦੇ ਆ, ਹਨੇਰਿਆਂ ਤੋਂ ਡਰਦੇ ਆ, ਉਹ ਡਰ ਦੀ ਗੱਲ ਨਹੀਂ ਹੈ। ਇੱਥੇ ਪ੍ਰੇਮ ਵਾਲੇ ਡਰ ਦੀ ਗੱਲ ਹੈ। ਜਿੱਥੇ ਪ੍ਰੇਮ ਹੁੰਦਾ ਹੈ ਨਾ, ਉੱਥੇ ਡਰ ਵੀ ਹੁੰਦਾ ਹੈ। ਮੰਨ ਲਓ ਕਿ ਪਤੀ ਪਤਨੀ ਦਾ ਰਿਸ਼ਤਾ ਹੈ, ਹੁਣ ਡਰ ਹੋਣਾ ਚਾਹੀਦਾ ਹੈ ਕਿ ਮੇਰੇ ਪ੍ਰੇਮ ਦੇ ਵਿੱਚ ਕੋਈ ਫਰਕ ਨਾ ਪੈ ਜਾਏ, ਮੇਰੇ ਇਸ਼ਕ ਵਿੱਚ ਕੋਈ ਫਰਕ ਨਾ ਪੈ ਜਾਏ, ਕੋਈ ਇਹੋ ਜਿਹਾ ਕਾਰਜ ਨਾ ਹੋ ਜਾਏ, ਇਹੋ ਜਿਹੀ ਬੋਲੀ ਨਾ ਬੋਲ ਹੋ ਜਾਏ ਕਿ ਮੇਰਾ ਪਤੀ ਪਰਮੇਸ਼ਰ ਮੇਰੇ ਤੋਂ ਨਾਰਾਜ਼ ਹੋ ਗਏ, ਗੁੱਸੇ ਹੋ ਜਾਏ। ਇਹ ਡਰ ਹੋਣਾ ਚਾਹੀਦਾ। ਹੁਣ ਸਬਜ਼ੀ ਬਣਾਉਂਦੇ ਆ, ਕਿਤੇ ਲੂਣ ਵੱਧ ਪੈ ਜਾਂਦਾ, ਘੱਟ ਪੈ ਜਾਂਦਾ, ਹੁਣ ਔਰਤ ਡਰਦੀ ਵੀ ਹੈ, ਲੈ ਹੁਣ ਲੂਣ ਵੱਧ ਪੈ ਗਿਆ, ਮਿਰਚ ਵੱਧ ਪੈ ਗਈ ਹੈ, ਹੁਣ ਮੰਦਾ ਚੰਗਾ ਬੋਲਣਗੇ। ਡਰ ਹੁੰਦਾ ਹੈ। ਡਰ ਕਿਉਂ ਹੁੰਦਾ? ਕਿਉਂਕਿ ਪ੍ਰੇਮ ਹੈ ਅੰਦਰ। ਹੁਣ ਬੱਚਿਆਂ ਨੂੰ ਡਰ ਹੁੰਦਾ ਹੈ, ਗਲਤੀ ਹੋ ਗਈ, ਗੁਸਤਾਖੀ ਹੋ ਗਈ, ਹੁਣ ਮਾਤਾ ਪਿਤਾ ਕੁੱਟਣਗੇ, ਮਾਰਨਗੇ, ਉਹ ਡਰ ਹੈ। ਪਰ ਡਰ ਉਹ ਪ੍ਰੇਮ ਵਾਲਾ ਹੈ। ਤੇ ਇਹੋ ਜਿਹਾ ਪ੍ਰੇਮ ਵਾਲਾ ਡਰ ਪਰਮਾਤਮਾ ਨਾਲ ਵੀ ਹੋਵੇ ਕਿ ਇਹੋ ਜਿਹਾ ਮੈਂ ਕਾਜ ਨਾ ਕਰਾਂ, ਇਹੋ ਜਿਹੀ ਬੋਲੀ ਨਾ ਬੋਲਾਂ ਕਿ ਪਰਮਾਤਮਾ ਮੇਰੇ ਤੋਂ ਦੂਰ ਚਲਾ ਜਾਏ, ਮੇਰਾ ਸਤਿਗੁਰ ਮੇਰੇ ਤੋਂ ਦੂਰ ਚਲਾ ਜਾਏ, ਇਹੋ ਜਿਹਾ ਮੈਂ ਕਰਮ ਨਾ ਕਰਾਂ। ਇਹੋ ਜਿਹਾ ਡਰ ਜੀਵ ਅੰਦਰ ਹੋਣਾ ਚਾਹੀਦਾ ਹੈ, ਪ੍ਰੇਮ ਵਾਲਾ ਡਰ। ਜਿਹਦੇ ਅੰਦਰ ਪ੍ਰੇਮ ਵਾਲਾ ਡਰ ਨਹੀਂ, ਉਹ ਤਾਂ ਡੰਗਰ ਦੇ ਬਰਾਬਰ ਹੀ ਹੈ ਪਿਆਰਿਓ। ਇਹ ਸਤਿਗੁਰੂ ਮਹਾਰਾਜ ਸਮਝਾਉਂਦੇ ਨੇ ਕਿ ਜਿਸ ਦੇ ਦਿਲ ਵਿੱਚ ਦਇਆ ਨਹੀਂ ਹੈ, ਨਾ ਹੀ ਈਸ਼ਵਰ ਦਾ ਕੋਈ ਭੈ, ਭਾਵ ਕਿ ਡਰ, ਪ੍ਰੇਮ ਵਾਲਾ, ਉਹ ਬੰਦਾ ਬੰਦੇ ਦੇ ਰੂਪ ਵਿੱਚ ਡੰਗਰ ਬਰਾਬਰ ਪਿਆਰਿਓ ਹੈ। ਇਹ ਸਤਿਗੁਰੂ ਮਹਾਰਾਜ ਆਪ ਸਮਝਾਉਂਦੇ ਨੇ। ਹੁਣ ਕਈ ਜੀਵ ਇੱਦਾਂ ਦੇ ਹੁੰਦੇ ਨੇ, ਉਹਨਾਂ ਦੀ ਦਇਆ ਨਹੀਂ ਹੁੰਦੀ, ਤਰਸ ਨਹੀਂ ਹੁੰਦਾ। ਕਿਸੇ ਜਾਨਵਰ ਨੂੰ ਲਾਠੀ ਮਾਰ ਦਿੱਤੀ, ਇੱਟ ਮਾਰ ਦਿੱਤੀ, ਚੱਕ ਕੇ ਰੋੜਾ ਮਾਰ ਦਿੱਤਾ, ਲੱਤ ਮਾਰ ਦਿੱਤੀ, ਕਿਉਂ ਹੁੰਦਾ? ਕਿਉਂਕਿ ਅੰਦਰ ਤਰਸ ਨਹੀਂ ਹੈ। ਉਹਨਾਂ 'ਚੋਂ ਰੱਬ ਨਹੀਂ ਦਿਸਦਾ। ਉਹਨਾਂ ਨੂੰ ਰੱਬ ਦਿਸਦਾ ਹੋਵੇ, ਰੱਬ ਦਾ ਨੂਰ ਦਿਸਦਾ ਹੋਵੇ ਕਿ ਇਹ ਵੀ ਰੱਬ ਦਾ ਬੰਦਾ ਹੈ, ਲੱਤ ਕਿਉਂ ਮਾਰੇ, ਕੋਈ ਟਰੋੜਾ ਕਿਉਂ ਮਾਰੇ, ਗਾਲੀ ਗਲੋਚ ਕਿਉਂ ਕਰੇ? ਕਿਉਂਕਿ ਤਰਸ ਨਹੀਂ ਹੈ। ਇਹਦੇ ਅੰਦਰ ਤਰਸ ਨਹੀਂ ਹੈ, ਦਇਆ ਨਹੀਂ ਹੈ, ਉਹ ਡੰਗਰ ਦੇ ਬਰਾਬਰ ਹੀ ਹੈ, ਉੱਚਾ ਨੀਵਾਂ ਨਹੀਂ ਹੈ। ਇਹ ਮਹਾਰਾਜ ਆਪ ਸਮਝਾਉਂਦੇ ਨੇ। ਸੋ ਜੋ ਸ਼ਬਦ ਉਚਾਰੇ ਉਸ ਪਿਆਰੇ ਨੇ, ਉਹ ਵੀ ਆਪਾਂ ਸਾਂਝੇ ਕਰਾਂਗੇ। ਤੋ ਇੱਥੇ ਹੀ ਅੱਗੀ ਪੰਕਤੀ ਸਤਿਗੁਰੂ ਗਿਆਨਨਾਥ ਮਹਾਰਾਜ, ਕਿਉਂਕਿ ਬਹੁਤ ਅੰਗਾਂ ਦੇ ਆਉਂਦਾ ਹੈ ਜ਼ਿਕਰ, ਇੱਕ ਅੰਗ ਤੇ ਨਹੀਂ ਆਉਂਦਾ ਕਿ ਪਸ਼ੂ ਨੇ ਜੂਨਾ ਭੋਗ ਦੇ ਪ੍ਰਬੰਧਾ, ਜਪ ਕੇ ਨਾਮ ਸ਼ਬਦ ਸਾਰੇ ਪਾਉਂਦਾ, ਆਦਿ ਪੁਰਖ ਦੇ ਧਾਮ। ਪਸ਼ੂ ਨੇ ਜੂਨਾ ਭੋਗ ਦੇ ਪ੍ਰਬੰਧਾ, ਜਪ ਕੇ ਨਾਮ। ਬੰਦੇ ਨੂੰ ਇਹ ਗਿਆਨ ਬਖਸ਼ ਕੀਤਾ ਪਰਮਾਤਮਾ ਨੇ ਕਿ ਨਾਮ ਸਿਮਰਨ ਕਰਕੇ, ਜਾਪ ਕਰਕੇ ਪ੍ਰਭੂ ਪਰਮੇਸ਼ਰ ਦਾ, ਸਤਿਗੁਰ ਦਾ, ਇਹਨਾਂ ਜਾਨਵਰਾਂ ਤੋਂ, ਪੰਛੀਆਂ ਤੋਂ ਉੱਚੇ ਉੱਠ ਸਕਦਾ ਹੈ, ਉੱਪਰ ਹੋ ਸਕਦਾ ਹੈ, 184 ਜੂਨਾਂ ਤੋਂ ਉੱਪਰ ਹੋ ਸਕਦਾ ਹੈ ਨਾਮ ਜਾ ਕੇ ਸਿਮਰਨ ਕਰਕੇ। ਜਿਹੜੇ ਪਸ਼ੂ ਲੋਕ ਨੇ ਉਹ ਤਾਂ ਭਾਈ ਜੂਨਾਂ ਭੁਗਤਦੇ ਰਹਿਣਗੇ, ਆਉਣੀ ਜਾਣ 'ਚ ਲੱਗੇ ਰਹਿਣਗੇ। ਪਰ ਬੰਦੇ ਨੂੰ ਗਿਆਨ ਬਖਸ਼ ਕੀਤਾ ਹੈ। ਇਹ ਗਿਆਨ ਪਸ਼ੂਆਂ ਕੋਲ ਨਹੀਂ ਹੈ। ਜਿੱਦਾਂ ਹੁਣ ਆਪਾਂ ਬਾਣੀ ਉਚਾਰੀਏ, ਸਾਰੀ ਗੱਲ ਬਾਣੀ 'ਚ ਆ ਗਈ ਹੈ ਸਾਰਾ ਪਰਿਵਾਰ ਉਹ ਪਰਮਾਤਮਾ ਦਾ ਹੀ ਹੈ। ਜੋ ਪੰਛੀ ਹੈ, ਪਰਿੰਦੂ ਹੈ, ਪਸ਼ੂ ਹੈ, ਪਰਮਾਤਮਾ ਸਾਰਾ ਪਰਿਵਾਰ ਹੀ ਇੱਕ। ਪਰ ਉੱਤਮ ਗਿਆਨ ਜਿਹੜਾ ਉਹ ਨਰ ਨਾਰੀ ਨੂੰ ਬਖਸ਼ ਕੀਤਾ ਹੈ। ਸਭ ਜੂਨਾਂ ਦੇ ਸਰਦਾਰ ਹੈ, ਸਾਰਿਆਂ ਤੋਂ ਉੱਪਰ ਹੈ।
ਪਰ ਉਹ ਅੰਦਰਲੇ ਗਿਆਨ ਕਰਕੇ ਹੈ। ਜਿਹਨੇ ਗਿਆਨ ਨੂੰ ਪ੍ਰਗਟ ਕਰ ਲਿਆ, ਆਪਣੇ ਅੰਦਰ ਬੰਦਗੀ ਨੂੰ, ਭਗਤੀ ਨੂੰ, ਪ੍ਰੇਮ ਨੂੰ, ਨਿਸ਼ਕਾਮ ਪ੍ਰੇਮ ਜਿਹੜਾ ਹੈ, ਨਿਸ਼ਕਾਮ ਭਗਤੀ ਜਿਹੜੀ ਹੈ, ਉਹਦੀ ਗੱਲ ਹੈ। ਜਿਹਨੇ ਇਹ ਗੁਣਾਂ ਨੂੰ ਪ੍ਰਗਟ ਕਰ ਲਿਆ ਉਹ ਜਨਮਾਂ ਤੋਂ ਉੱਪਰ ਹੋ ਗਿਆ, ਪੰਛੀਆਂ ਤੋਂ ਉੱਪਰ ਹੋ ਗਿਆ, 84 ਲੱਖ ਜੂਨਾਂ ਤੋਂ ਉੱਪਰ ਹੋ ਗਿਆ। ਸੰਤ ਭਗਤ ਹੋਏ ਨੇ, ਉੱਪਰ ਹੋਏ ਨੇ, ਬਰਾਬਰ ਨਹੀਂ, ਉੱਪਰ ਹੈ ਉਹਨਾਂ ਤੋਂ। ਸਪਸ਼ਮ ਜੂਨਾ ਪੋਦੇ ਪਰ ਬੰਦਾ ਜਪ ਕੇ ਨਾਮ, ਸ਼ਬਦ ਸਾਰੇ ਪਹੁੰਚਦਾ ਆਦਿ ਪੁਰਖ ਦੇ ਧਾਮ। ਉਹ ਸ਼ਬਦ ਦਾ ਆਸਰਾ ਲੈ ਕੇ, ਨਾਮ ਦਾ ਆਸਰਾ ਲੈ ਕੇ, ਸਤਿਗੁਰ ਦਾ ਆਸਰਾ ਲੈ ਕੇ ਪਰਮਾਤਮਾ ਘਰ ਤੱਕ ਪਹੁੰਚ ਜਾਂਦਾ ਹੈ, ਜਦ ਤੂੰ ਹੋਰ ਪਸ਼ੂ ਪਰਿੰਦੇ ਉਸ ਤੱਕ ਨਹੀਂ ਪਹੁੰਚ ਸਕਦੇ, ਕਿਉਂਕਿ ਉਹਨਾਂ ਕੋਲ ਗਿਆਨ ਨਹੀਂ ਹੈ। ਤੇ ਜਿਹਨਾਂ ਬੰਦਿਆਂ ਕੋਲ ਇਹ ਗਿਆਨ ਨਹੀਂ ਹੈ, ਬੰਦਗੀ ਨੇ, ਸਿਮਰ ਨਹੀਂ, ਉਹ ਬਰਾਬਰ ਹੀ ਹੈ, ਉਹ ਪਸ਼ੂਆਂ ਦੇ ਬਰਾਬਰ ਹੀ ਹੈ। ਸੇਤੇ ਹੀ ਹੁਣ ਇਸ਼ਾਰਾ ਦੇਖਿਓ। ਹੁਣ ਹਜ਼ਰਤ ਬਾਬਾ ਫਰੀਦ ਸਾਹਿਬ ਜੀ ਉਹ ਬਾਣੀ ਅੰਦਰ ਸਮਝਾਉਂਦੇ ਨੇ, ਕਹਿੰਦੇ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ। ਹੁਣ ਬੇਨਵਾਜਾ ਕੁੱਤਿਆ, ਹੁਣ ਇਸ਼ਾਰਾ ਦੇਖੋ ਕਿੱਧਰ ਹੈ। ਹੁਣ ਕੁੱਤੇ ਕਿਹੜਾ ਨਵਾਜ਼ ਅਦਾ ਕਰਦੇ, ਦੇਖੀ ਤੁਸੀਂ ਕੁੱਤਿਆਂ ਨੂੰ ਨਵਾਜ਼ ਕਰਦਿਆਂ ਹੋਇਆ, ਜਾਂ ਮੰਦਰ ਮਸੀਤੀ ਬੈਠੇ ਹੋਇਆ, ਕੋਈ ਬਾਣੀ ਪੜ੍ਹਦੇ ਆ, ਕੀਰਤਨ ਕਰਦੇ ਆ, ਕੁੱਤਿਆਂ ਨੂੰ ਵੇਖਿਆ ਹੋਵੇ ਤਾਂ ਦੇਖਿਆ ਕਿ ਨਹੀਂ ਦੇਖਿਆ? ਕੁੱਤੇ ਕੀਰਤਨ ਕਰਦੇ ਹੋਣ, ਕੁੱਤੇ ਸਤਸੰਗ ਕਰਦੇ ਹੋਣ, ਕੁੱਤੇ ਨਵਾਜ਼ ਅਦਾ ਕਰਦੇ ਹੋਣ ਚਟਾਈ ਵਿਛਾ ਕੇ। ਇਹਦੇ ਇਸ਼ਾਰਾ ਕਿੱਧਰ ਹੈ ਕਿ ਬੇਨਵਾਜ਼ਾ ਕੁੱਤਿਆ, ਕਿ ਜਿਹਦੇ ਕੋਲ ਨਵਾਜ਼ ਨਹੀਂ ਹੈ, ਉਹ ਸ਼ਬਦ ਨਹੀਂ ਹੈ, ਉਹਦਾ ਸ਼ੁਕਰਾਨਾ ਨਹੀਂ ਹੈ। ਬੇਨਵਾਜ਼ਾ ਕੁੱਤਿਆ ਇਹ ਨਾ ਭਲੀ ਰੀਤ, ਕभी ਨਾ ਚੱਲ ਕੇ ਆਇਆ ਪੰਜੇ ਵਕਤ ਮਸੀਤ। ਹੁਣ ਕੁੱਤੇ ਕਿਹੜਾ ਮਸੀਤਾਂ ਤੇ ਜਾਂਦੇ ਆ? ਹੁਣ ਇੱਥੇ ਕੋਈ ਜਾਨਵਰ ਆ ਜਾਏ ਦਬਕਾ ਮਾਰ ਕੇ ਭਜਾਉਂਦੇ ਆ, ਅੰਦਰ ਨਹੀਂ ਵੜ ਦਿੰਦੇ। ਹੁਣ ਇੱਧਰ ਸਾਰਾ ਇਸ਼ਾਰਾ ਫਰੀਦ ਸਾਹਿਬ ਦਾ ਬੰਦੇ ਦੇ ਵੱਲ ਹੈ, ਬੰਦੇ ਨੂੰ ਕੁੱਤਾ ਕਿਹਾ ਇੱਥੇ। ਉਹ ਬੰਦਾ ਕੁੱਤੇ ਦੇ ਸਮਾਨ ਹੀ, ਕੁੱਤੇ ਦੇ ਬਰਾਬਰ ਹੀ ਹੈ, ਜਿਹਦੇ ਕੋਲ ਨਵਾਜ਼ ਨਹੀਂ ਹੈ, ਜੋ ਨਵਾਜ਼ ਅਦਾ ਨਹੀਂ ਕਰਦਾ, ਇਸਲਾਮ ਧਰਮ ਦੀ ਮਰਿਆਦਾ ਜਿਹੜੀ ਹੈ ਉਹਨੂੰ ਪਗਾਉਂਦਾ ਨਹੀਂ ਹੈ। ਇਸਲਾਮ ਧਰਮ ਦੀ ਮਰਿਆਦਾ ਹੈ ਕਿ ਪੰਜੇ ਵਕਤ ਨਵਾਜ਼ ਅਦਾ ਕਰਨੀ, ਜੁੜਨਾ ਉਹਦੀ ਬਾਣੀ ਦੇ ਨਾਲ, ਮਸੀਤੀ ਜਾਣਾ ਤੇ ਸ਼ੁਕਰਾਨੇ ਕਰਨੇ, ਨਵਾਜ਼ ਅਦਾ ਕਰਨੀ। ਇਹ ਮਰਿਆਦਾ ਹੈ, ਧਰਮ ਹੈ, ਕਾਨੂੰਨ ਹੈ। ਜਿਹੜਾ ਇਸ ਕਾਨੂੰਨ ਦੀ ਮਰਿਆਦਾ ਨੂੰ ਸਮਝਦਾ ਨਹੀਂ, ਉਹ ਕੁੱਤੇ ਦੇ ਬਰਾਬਰ ਹੀ ਆ ਮਨੁੱਖ। ਇਹ ਫਰੀਦ ਸਾਹਿਬ ਕਹਿੰਦੇ ਨੇ ਕਿ ਬੇਨਵਾਜ਼ਾ ਕੁੱਤਿਆ ਇਹ ਨਾ ਭਲੀ ਰੀਤ, ਕभी ਨਾ ਚੱਲ ਆਇਆ ਪੰਜੇ ਵਕਤ ਮਸੀਤ। ਕੁੱਤਾ ਕਮੀਨਾ ਕਿਹਾ ਹੈ ਉੱਥੇ, ਕਿ ਕਿਆ ਬੰਦੇ ਨੂੰ ਹੈ, ਜਾਨਵਰ ਨੂੰ ਸਰੀ ਕਿਹਾ ਹੈ। ਕਿਉਂਕਿ ਜਾਨਵਰ ਬਾਣੀਆਂ ਨਹੀਂ ਪੜ੍ਹਦੇ, ਉਹ ਸ਼ਬਦ ਗ੍ਰਹਿਣ ਨਹੀਂ ਕਰਦੇ, ਉਹ ਸਤਿਗੁਰ ਵਾਲੇ ਨਹੀਂ ਹੁੰਦੇ, ਉਹ ਨਾਮ ਧਾਰੀ ਨਹੀਂ ਹੁੰਦੇ। ਇਹ ਸਾਰਾ ਇਸ਼ਾਰਾ ਬੰਦੇ ਦੇ ਵੱਲ ਹੈ। ਕੁੱਤਾ ਕਮੀਨਾ ਕਿਹਾ ਬੰਦੇ ਨੇ ਇੱਥੇ। ਬਾਣੀ ਇੱਕ ਅੰਗ ਨਹੀਂ, ਹੁਣ ਬਾਣੀ ਤੇ ਬੰਦੇ ਨੂੰ ਸੂਰ ਨਾਲ ਹੀ ਜੋੜਿਆ ਗਿਆ ਹੈ। ਮਾਨਸ ਜਾਮਾ ਪਹਿਨ ਕੇ ਬਣਿਆ ਫਿਰੇ ਹੈਵਾਨ, ਸੱਚ ਟਿਕੇ ਨਾ ਜੀਵਿਤ ਕੋਲੇ ਤਬਰਤਵਾਨ, ਨਾ ਅੰਦਰ ਨਹੀਂ ਵਸਦਾ। ਉੱਥੇ ਸਵਾਨ ਦੀ ਗੱਲ ਆਉਂਦੀ ਹੈ, ਫਿਰਦਾ ਵਾਂਗ ਸਵਾਨ, ਸੁਵਾਨ ਕੇ ਸੂਰ। ਕਿ ਸੂਰ ਦਾ ਕੰਮ ਕੀ ਹੁੰਦਾ ਹੈ? ਗੰਦਗੀ 'ਚ ਮੂੰਹ ਮਾਰਨਾ। ਤੇ ਇਹੋ ਜਿਹੇ ਇਨਸਾਨ ਹੀ ਬਹੁਤ ਹੈ ਜੋ ਗੰਦਗੀ 'ਚ ਮੂੰਹ ਮਾਰਦੇ ਨੇ। ਹੁਣ ਬਾਣੀ ਅੰਦਰ ਸੂਰ ਨਾਲ ਵੀ ਜੋੜਿਆ ਗਿਆ ਹੈ, ਕੁੱਤੇ ਨਾਲ ਵੀ ਜੋੜਿਆ ਗਿਆ ਹੈ, ਕਾਮ ਨਾਲ ਵੀ ਜੋੜਿਆ ਗਿਆ ਹੈ, ਤੇ ਜੋ ਜਗਿਆਸੂ ਜਾਨਾ ਹੈ ਉਹਨੂੰ ਹੰਸ ਨਾਲ ਜੋੜਿਆ ਗਿਆ ਹੈ। ਜੋ ਜਗਿਆਸੂ ਜਾਨਾ ਹੈ ਉਹ ਹੰਸ ਹੈ। ਹੁਣ ਬੜੀਆਂ ਚੋਟਾਂ ਇਹੋ ਜਿਹੀਆਂ ਮਾਰੀਆਂ ਨੇ ਸਤਿਗੁਰਾਂ ਨੇ ਕਿ ਬੰਦਾ ਸਮਝੇ, ਸੱਚ ਦੇ ਮਾਰਗ ਵੱਲ ਨੂੰ ਹੋਵੇ। ਫਰੀਦਾ ਬੇਨਵਾਜ਼ਾ ਕੁੱਤਿਆ ਇਹ ਨਾ ਭਲੀ ਰੀਤ, ਕभी ਨਾ ਚੱਲ ਆਇਆ ਪੰਜੇ ਵਕਤ ਮਸੀਤ। ਇਹ ਤੇਰੇ ਕਾਰੇ, ਤੇਰੇ ਕਰਮ ਜਿਹੜੇ ਹੈ ਚੰਗੇ ਨਹੀਂ ਹੈ, ਭਲੇ ਵਾਲੇ ਨਹੀਂ ਹੈ। ਤੂੰ ਕਦੇ ਮਸੀਤ ਨਹੀਂ ਆਇਆ, ਨਵਾਜ਼ ਅਦਾ ਨਹੀਂ ਕੀਤੀ, ਸ਼ੁਕਰਾਨੇ ਨਹੀਂ ਕੀਤੇ, ਤੂੰ ਕੁੱਤਾ ਕਮੀਨਾ ਹੈ, ਉਹਦੇ ਬਰਾਬਰ ਹੀ ਹੈ, ਉੱਪਰ ਨਹੀਂ ਹੈ। ਸੋ ਇੱਥੇ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਅੰਦਰ, ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੋ ਉਸ ਪਿਆਰੇ ਨੇ ਉਚਾਰਿਆ ਸੀ। ਕਹਿੰਦੇ ਪਸ਼ੂ ਪ੍ਰੇਤ ਮੁਕਤ ਕਉ ਤਾਰੇ, ਇਹ ਉਚਾਰਿਆ ਸੀ ਪਿਆਰੇ ਨੇ। ਇਸ ਤੋਂ ਅੱਗੇ ਕੀ ਆਉਂਦਾ ਉਹ ਵੀ ਸਾਂਝਾ ਕਰਾਂਗੇ।
ਕਿ ਪਸ਼ੂ ਪ੍ਰੇਤ ਮੂਰਖ ਉਤਾਰੇ। ਹੁਣ ਬਾਣੀ ਅੰਦਰ ਇਹ ਗੱਲ ਆਉਂਦੀ ਹੈ ਕਿ ਸਤਿਗੁਰਾਂ ਨੇ ਪਸ਼ੂਆਂ ਨੂੰ ਵੀ ਤਾਰਨਾ ਕੀਤਾ ਹੈ। ਉਹ ਕਿੱਦਾਂ ਤਾਰਨਾ ਕੀਤਾ ਕਿ ਜਦੋਂ ਪਸ਼ੂ ਮਰ ਗਏ ਸੀ ਉਹਨਾਂ ਨੂੰ ਵੀ ਜਾਨ ਬਖਸ਼ਿਸ਼ ਕੀਤੀ ਹੈ, ਜਾਨ ਫੂਕੀ ਉਹਨਾਂ ਅੰਦਰ। ਅਤੇ ਇਹੋ ਜਿਹੀ ਕਥਾ ਕਹਾਣੀ ਸਤਿਗੁਰੂ ਗਿਆਨਨਾਥ ਮਹਾਰਾਜ ਦੀ ਵੀ ਆਉਂਦੀ ਹੈ। ਕਰਪੂਥਲੇ ਵਿੱਚ ਮੱਝ ਮਰ ਗਈ ਕਿਸੇ ਜੀਵ ਦੀ, ਤੇ ਮੱਝ ਦੇ ਅੰਦਰ ਜਾਨ ਫੂਕੀ, ਜਿਉਂਦੀ ਕੀਤੀ। ਤੇ ਪ੍ਰੇਤ ਭਾਵ ਕਿ ਭੂਤ ਪ੍ਰੇਤ ਜਿਹੜੇ ਆ, ਅਵਗਤ ਰੂਹਾਂ, ਤੇ ਅਵਗਤ ਰੂਹਾਂ ਦੀ ਵੀ ਸਤਿਗੁਰਾਂ ਨੇ ਕਲਿਆਣ ਕੀਤੀ ਹੈ। ਉਹਨਾਂ ਨੇ ਮੁਕਤੀਆਂ ਬਖਸ਼ਿਸ਼ ਕੀਤੀਆਂ ਨੇ, ਸਵਰਗੀ ਪਹੁੰਚਾਉਣਾ ਕੀਤਾ ਹੈ ਮੰਤਰ ਉਚਾਰ ਕੇ, ਬਾਣੀ ਉਚਾਰ ਕਰਕੇ। ਤੇ ਮੁਗਧ ਕਹਿੰਦੇ ਆ ਮੂਰਖ ਇਨਸਾਨ ਨੂੰ, ਤੇ ਬੜੇ ਬੜੇ ਵੱਡੇ ਮੂਰਖਾਂ ਨੂੰ ਵੀ ਸੱਚ ਦੇ ਰਾਹ 'ਤੇ ਪਾਉਣਾ ਕਰ ਦਿੱਤਾ ਹੈ, ਪਾਰ ਉਤਾਰੇ ਕਰ ਦਿੱਤੇ ਉਹਨਾਂ ਦੇ। ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਪਾਹਨ ਪਾਰ ਉਤਾਰੇ। ਪਾਹਨ ਦਾ ਭਾਵ ਹੁੰਦਾ ਕਿ ਪੱਥਰ, ਕਿ ਪੱਥਰਾਂ ਨੂੰ ਵੀ ਤਾਰਨਾ ਕੀਤਾ ਸੰਤਾਂ ਗੁਰੂਆਂ ਰਹਿਬਰਾਂ ਨੇ। ਹੁਣ ਇੱਧਰ ਜਿਹੜਾ ਇਸ਼ਾਰਾ ਹੈ ਪਸ਼ੂਆਂ ਵੱਲ ਨਹੀਂ ਹੈ, ਪ੍ਰੇਤ ਵੱਲ ਨਹੀਂ ਹੈ, ਮੁਗਧ ਵੱਲ ਨਹੀਂ ਹੈ, ਪਾਹਨ ਵੱਲ ਨਹੀਂ ਹੈ। ਕਿਉਂਕਿ ਪੱਥਰ ਜਿਹੜਾ ਉਹ ਨਾਮਧਾਰੀ ਸੋਹਰੀ ਹੈ, ਉਹ ਸ਼ਬਦਧਾਰੀ ਸੋਹਰੀ ਹੈ, ਉਹ ਸ਼ਬਦ ਗ੍ਰਹਿਣ ਸੋਹਰੀ ਕਰਦਾ ਹੈ, ਉਹ ਕੋਈ ਸਾਸਾਂ ਸੋਹਰੀ ਕਰਦਾ ਹੈ, ਉਹ ਰੱਬ ਦੀ ਵਡਿਆਈ ਸੋਹਰੀ ਕਰਦਾ ਹੈ। ਉਹਨੂੰ ਪੱਥਰਾਂ ਨੂੰ ਕਿੱਦਾਂ ਤਾਰਨਾ ਕੀਤਾ ਕਿ ਕਿਸੇ ਸੰਤ ਮਹਾਂਪੁਰਖ ਪੱਥਰ 'ਤੇ ਹੱਥ ਵੀ ਧਰ ਦਿੱਤਾ ਨਾ, ਪੈਰ ਵੀ ਲਾ ਦਿੱਤਾ ਹੈ, ਉਹਦੇ ਪਾਰ ਉਤਾਰੇ ਹੋ ਗਏ, ਉਹੀ ਪੂਜਣਯੋਗ ਹੋ ਗਿਆ। ਪੂਜਦੇ ਕਿ ਨਹੀਂ ਪੂਜਦੇ ਪੱਥਰਾਂ ਨੂੰ? ਜਿਸੇ ਸਤਿਗੁਰੂ ਨਾਨਕ ਨੇ ਹੱਥ ਲਗਾਇਆ ਉਹ ਪੰਜਾ ਸਾਹਿਬ ਹੋ ਗਿਆ, ਉਹ ਪੱਥਰ ਨੂੰ ਅੱਜ ਲੋਕੀ ਪੂਜਦੇ ਨੇ। ਜਿੱਥੇ ਟਿਕਾਏ ਚਰਨ ਉਹ ਚਰਨਾਂ ਨੂੰ ਲੋਕੀ ਪੂਜਦੇ ਨੇ। ਹੁਣ ਗਿਆਨ ਆਸ਼ਰਮ ਰੋੜੇ ਪਏ ਨੇ, ਨਿੱਕੀਆਂ ਨਿੱਕੀਆਂ ਠਿਕਰੀਆਂ ਪਈਆਂ, ਜਿੱਥੇ ਸਤਿਗੁਰੂ ਗਿਆਨਨਾਥ ਬੈਠੇ ਸੀ ਉਹ ਠਿਕਰੀਆਂ ਪੂਜੀਆਂ ਜਾ ਰਹੀਆਂ ਨੇ। ਇੱਦਾਂ ਉਹਨਾਂ ਦੇ ਪਾਰ ਉਤਾਰੇ ਹੋਏ ਆ। ਨਹੀਂ ਤਾਂ ਉਹ ਸ਼ਬਦਧਾਰੀ ਸੋਹਰੀ ਸੀ, ਕੋਈ ਨਾਮਧਾਰੀ ਸੋਹਰੀ ਸੀ। ਇੱਦਾਂ ਉਹਨਾਂ ਪੱਥਰਾਂ ਨੂੰ ਤਾਰਨਾ ਕੀਤਾ। ਹੁਣ ਇਹ ਸਾਰਾ ਇਸ਼ਾਰਾ ਪਸ਼ੂਆਂ ਪ੍ਰੇਤਾਂ ਮੁਗਧਾਂ ਵੱਲ, ਪੱਥਰਾਂ ਵੱਲ ਨਹੀਂ। ਇਹ ਸਾਰਾ ਇਸ਼ਾਰਾ ਇਨਸਾਨਾਂ ਦੇ ਵੱਲ ਹੈ ਕਿ ਇਹੋ ਜਿਹੀ ਭਾਵਨਾ ਵਾਲੇ ਇਨਸਾਨ ਵੀ ਇਸ ਜਗਤ ਦੇ ਅੰਦਰ ਹੈ। ਉਹ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਕਿ ਪਸ਼ੂ ਪ੍ਰੇਤ ਮੂਰਖ ਉਤਾਰੇ, ਪਾਹਨ ਪਾਰ ਉਤਾਰੇ। ਹੁਣ ਪਸ਼ੂ ਸ਼ਬਦ ਜਿਹੜਾ ਬਣਿਆ ਹੈ ਉਹ ਸੰਸਕ੍ਰਿਤ ਦੇ ਪਸ਼ ਸ਼ਬਦ ਤੋਂ ਬਣਿਆ ਹੈ। ਪਸ਼ ਸੰਸਕ੍ਰਿਤ ਦਾ ਸ਼ਬਦ ਹੈ ਪਸ਼, ਪਸ਼ ਤੋਂ ਬਣਿਆ ਹੈ ਪਸ਼ੂ। ਪਾਸ਼ਵਿਕ ਤੋਂ ਪਸ਼ੂ ਬਣਿਆ। ਤੇ ਪਾਸ਼ਵਿਕ ਇਹਨੂੰ ਕਹਿੰਦੇ ਨੇ ਜੋ ਬੰਧਨ ਵਿੱਚ ਬੱਝਾ ਹੋਵੇ ਅਤੇ ਕਸ਼ਟ ਸਹਿੰਦਾ ਹੋਵੇ। ਕਸ਼ਟ ਦੇਣ ਵਾਲਾ ਤਾਂ ਬੰਧਨ ਵਿੱਚ ਬੱਝੇ ਜੀਵ ਨੂੰ ਪਸ਼ੂ ਕਹਿੰਦੇ ਆ। ਹੁਣ ਇਹੀ ਧਿਆਨ ਤੁਸੀਂ ਬੰਦੇ ਵੱਲ ਮਾਰੋ ਤੇ ਬੰਦਾ ਵੀ ਇਹਨਾਂ ਬੰਧਨਾਂ ਵਿੱਚ ਬੱਝਾ ਹੋਇਆ ਹੈ। ਇਹ ਸੰਸਾਰ ਇੱਕ ਬੰਧਨ ਹੈ ਤੇ ਕਸ਼ਟਾਂ ਵਾਲਾ ਹੈ, ਦੁੱਖਾਂ ਵਾਲਾ ਹੈ, ਭਾਵ ਸਾਗਰ ਹੈ। ਤੇ ਜੀਵ ਆਤਮਾ ਇਸ ਸੰਸਾਰ ਦੇ ਬੰਧਨ ਦੇ ਨਾਲ ਬੱਝੀ ਹੋਈ ਹੈ, ਕਸ਼ਟ ਸਹਿ ਰਹੀ ਹੈ, ਦੁੱਖ ਭੋਗ ਰਹੀ ਹੈ। ਹੁਣ ਪਤੀ ਪਤਨੀ ਦਾ ਵੀ ਇੱਕ ਬੰਧਨ ਹੈ, ਧੀਆਂ ਪੁੱਤਰਾਂ ਦਾ ਹੀ ਬੰਧਨ ਹੈ, ਇਹ ਰਿਸ਼ਤੇਦਾਰੀ ਇੱਕ ਬੰਧਨ ਹੈ, ਸੰਸਾਰ ਦਾ ਬੰਧਨ ਹੈ ਤੇ ਹੈ ਵੀ ਦੁਖਦਾਈ ਹੈ। ਹੁਣ ਕਈ ਵਾਰ ਇੱਦਾਂ ਹੁੰਦਾ, ਕਈ ਵਾਰ ਤਾਂ ਜਾਪਦਾ ਸੁੱਖ, ਕਈ ਵਾਰ ਤਾਂ ਪਤਨੀ ਵੀ ਚੰਗੀ ਲੱਗਦੀ ਹੈ, ਸੁੱਖ ਦਿੰਦੀ ਹੈ, ਬੱਚੇ ਵੀ ਚੰਗੇ ਲੱਗਦੇ ਆ, ਸੁੱਖ ਦਿੰਦੇ ਆ। ਕਈ ਵਾਰ ਉਹੀ ਬੱਚੇ ਦੁੱਖ ਵੀ ਦਿੰਦੇ ਆ, ਉਹੀ ਔਰਤ ਦੁੱਖ ਵੀ ਦਿੰਦੀ ਹੈ। ਬੰਦਾ ਕਹਿੰਦਾ ਯਾਰ ਮੈਂ ਤਾਂ ਵਿਆਹ ਕਰਾ ਕੇ ਫਸ ਗਿਆ, ਕੁਆਰਾ ਹੀ ਚੰਗਾ ਸੀ। ਉਹ ਦੂਜੇ ਨੇ ਕਹਿੰਦਾ ਭਾਈ ਵਿਆਹ ਨਾ ਕਰਾਈ, ਦੁੱਖਾਂ 'ਚ ਪੈ ਜਾਏਗਾ। ਕਿਉਂਕਿ ਇਹ ਬੰਧਨ ਹੈ, ਸੁੱਖ ਵੀ ਦਿੰਦੇ ਨੇ, ਦੁੱਖ ਵੀ ਦਿੰਦੇ ਨੇ। ਤੇ ਬੰਦਾ ਇਹਨਾਂ ਬੰਧਨਾਂ ਦੇ ਨਾਲ, ਸੰਸਾਰ ਦੇ ਨਾਲ ਬੱਝਾ ਹੋਇਆ, ਜੇ ਪਸ਼ੂ ਇੱਕ ਕੀਲੇ ਨਾਲ ਬੱਝਾ ਹੁੰਦਾ ਹੈ, ਦੁੱਖ ਭੋਗਦਾ ਹੈ। ਬਸ ਉਹੀ ਚੱਕਰ ਹੈ। ਜੇ ਬਾਣੀ ਅੰਦਰ ਆਉਂਦਾ ਹੈ ਕਿ ਖੋਟੇ ਇਸ ਮਨ ਮੇਂ ਧਰੋ ਗਿਆਨ ਕਾ ਬੇਰ ਕਾਟੋ ਹੈ ਵਿਸ਼ਵੇਸ਼ ਬੰਧਰੋ ਕੇ ਕੰਟਰੇ, ਕਿ ਮਨ ਜਿਹੜਾ ਸੰਸਾਰ ਦੇ ਬੰਧਨਾਂ ਦੇ ਨਾਲ ਬੱਝਿਆ ਹੋਇਆ ਹੈ, ਇਹ ਰਿਸ਼ਤੇਦਾਰੀ ਨਾਲ ਬੱਝਿਆ ਹੋਇਆ ਹੈ। ਪਰ ਸਤਿਗੁਰੂ ਮਹਾਰਾਜ ਰਹਿਬਰ ਹੋਏ ਨੇ, ਉਹ ਬੰਧਨਾਂ ਤੋਂ ਉੱਪਰ ਹੋ ਗਏ ਹੈ। ਧੀਆਂ ਪੁੱਤਰ ਉਹਨਾਂ ਦੇ ਹੋਏ ਹੈ, ਪਰਿਵਾਰ ਉਹਨਾਂ ਦੇ ਹੋਏ ਹੈ, ਪਰ ਉੱਪਰ ਹੋਏ ਹੈ। ਉਹਨਾਂ ਨੇ ਕਿਸੇ ਨਾਲ ਮੋਹ ਨਹੀਂ ਕੀਤਾ, ਪ੍ਰੇਮ ਨਹੀਂ ਕੀਤਾ, ਆਪਣੇ ਫਰਜ਼ ਜ਼ਰੂਰ ਪੁਗਾਏ ਹੈ।
ਪਰ ਉਹਨਾਂ ਨੇ ਦੁੱਖ ਨਹੀਂ ਭੋਗੇ ਉਹ ਬੰਧਨਾਂ ਵਾਲੇ, ਕਿਉਂਕਿ ਇਹ ਬੰਧਨ ਇੱਕ ਲੋਹੇ ਦੀ ਤਾਰ ਦੀ ਤਰ੍ਹਾਂ ਹੈ, ਕੰਢਿਆਂ ਵਾਲੀ ਤਾਰ ਜਿਹਨੂੰ ਕਹਿੰਦੇ ਲੋਹੇ ਦੀ, ਉਹਦੀ ਤਰ੍ਹਾਂ ਹੈ। ਨਿਤਨੇਮ ਦੀ ਪੋਥੀ ਅੰਦਰ ਹੁੰਦਾ ਕਿ ਖੋਟੇ ਇਸ ਮਨ में ਧਰੋ ਗਿਆਨ का बेर काटो है विश्वेश्वर, विश्वेश्वर परमात्मा ਉਹੀ ਸਾਰੇ ਬੰਧਨ ਕੱਟਦਾ ਹੈ। ਬੰਧਨੋं के कंटरे, ਇਹ ਬੰਧਨ ਮੇਰੇ ਕੱਟਣਾ ਕਰੋ, ਮੈਨੂੰ ਬੰਧਨਾਂ ਤੋਂ ਮੁਕਤ ਕਰੋ, ਇਹ ਦੁੱਖਾਂ ਕਸ਼ਟਾਂ ਤੋਂ ਮੁਕਤ ਕਰੋ। ਕਿ ਬੰਦਾ ਵੱਜਿਆ ਹੋਇਆ ਪਸ਼ੂ ਦੀ ਤਰ੍ਹਾਂ ਇਸ ਸੰਸਾਰ ਦੇ ਨਾਲ ਦੁੱਖ ਭੋਗ ਰਿਹਾ ਹੈ। ਕਈ ਵਾਰ ਦੁੱਖ ਜਾਪਦਾ ਹੈ ਪਰਿਵਾਰ, ਕਈ ਵਾਰ ਸੁੱਖ ਜਾਪਦਾ ਹੈ। ਬੰਦਾ ਬੱਚੇ ਮੰਗਦਾ ਪਰਮਾਤਮਾ ਤੋਂ, ਸਮਾਂ ਆਉਂਦਾ ਇੱਕ ਉਹੀ ਬੱਚੇ ਫਿਰ ਦੁੱਖ ਦਿੰਦੇ ਆ, ਫਿਰ ਕਹਿੰਦਾ ਇਹ ਨਾ ਹੀ ਹੁੰਦੇ ਵਧੀਆ ਸੀ, ਸੁੱਖ ਦਾ ਹੁੰਦਾ। ਇਹ ਦੁੱਖ ਸੁੱਖ ਨਾਲ ਹੀ ਹੈ। ਪਰ ਸੰਤ ਮਹਾਂਪੁਰਖ ਉਹ ਦੁੱਖਾਂ ਤੋਂ ਸੁੱਖਾਂ ਤੋਂ ਹੀ ਉੱਪਰ ਉੱਠ ਗਏ ਆ। ਦੁੱਖ ਨੂੰ ਵੀ ਇੱਕ ਸਮਾਨ, ਸੁੱਖ ਵੀ ਇੱਕ ਸਮਾਨ। ਨਾ ਉਹਨੇ ਕਿਹਾ ਕਿ ਦੁੱਖ ਚੰਗਾ, ਨਾ ਉਹਨੇ ਕਿਹਾ ਸੁੱਖ ਚੰਗਾ, ਬਰਾਬਰ ਹੀ ਹੈ, ਸਾਹਮਣੇ ਹੈ। ਦੋਨਾਂ ਤੋਂ ਉੱਪਰ ਉੱਠ ਗਏ ਆ, ਇਹਨਾਂ ਬੰਧਨਾਂ ਤੋਂ ਉੱਪਰ ਉੱਠ ਗਏ ਆ। ਸੋ ਇੱਥੇ ਪਸ਼ੂ ਇਸ਼ਾਰਾ ਇਨਸਾਨ ਦੇ ਵੱਲ ਹੈ, ਕਿਉਂਕਿ ਪਸ਼ੂ ਬਾਣੀ ਨਹੀਂ ਪੜ੍ਹਦੇ, ਪਸ਼ੂ ਨਾਮਧਾਰੀ ਨਹੀਂ ਹੈ। ਕਿਉਂਕਿ ਇਹੋ ਜਿਹੇ ਇਨਸਾਨ ਹੁੰਦੇ ਜੋ ਜਿਵੇਂ ਭਾਵਨਾ ਜਿਹੜੀ ਪਸ਼ੂਆਂ ਵਾਲੀ ਹੁੰਦੀ ਹੈ। ਜਿਵੇਂ ਉਦਾਹਰਨ ਤੌਰ 'ਤੇ ਕਹਿ ਦਿੰਦੇ ਭਾਈ ਇਹ ਬੰਦਾ ਤਾਂ ਡੰਗਰ ਹੀ ਹੈ, ਕਹਿੰਦੇ ਨਾ ਇਹ ਬੰਦਾ ਡੰਗਰ ਹੈ, ਇਹ ਬੰਦਾ ਘੋੜਾ ਹੈ, ਇਹ ਬੰਦਾ ਸ਼ੇਰ ਹੈ ਜੀ, ਮੇਰੀ ਨੌ ਗਊ ਹੈ ਜੀ, ਮੇਰੀ ਲੜਕੀ ਗਊ ਹੈ। ਤੇ ਗਊ ਕੀ ਹੈ? ਪਸ਼ੂ ਹੀ ਹੈ, ਜਾਨਵਰ ਹੀ ਹੈ। ਸ਼ੇਰ ਕੀ? ਉਹ ਵੀ ਜਾਨਵਰ ਹੀ ਹੈ, ਪਸ਼ੂ ਹੀ ਹੈ। ਕਹਿੰਦੇ ਆ ਨਾ ਯਾਰ ਤੂੰ ਬਾਂਦਰ ਵਾਲੀ ਕਿਉਂ ਹਰਕਤਾਂ ਕਰਦਾ ਹੈ, ਕਿਉਂ ਤੂੰ ਬਾਂਦਰ ਵਾਲੇ ਕੰਮ ਕਰਦਾ ਹੈ? ਬਾਂਦਰ ਕੀ ਹੈ? ਉਹ ਵੀ ਤਾਂ ਪਸ਼ੂ ਹੀ ਹੈ, ਜਾਨਵਰ ਹੀ ਹੈ। ਪਰ ਇੱਥੇ ਭਾਵਨਾ ਹੁੰਦੀ ਹੈ, ਆਪਣੇ ਕਰਮ ਹੁੰਦੇ ਆ। ਜਾਮਾ ਜਿਹੜਾ ਇਨਸਾਨ ਦਾ ਹੀ ਹੈ, ਪਰ ਅੰਦਰ ਜੇ ਕਰਤੂਤਾਂ ਜਿਹੜੀਆਂ ਹੁੰਦੀਆਂ, ਕਰਮ ਹੁੰਦੇ, ਉਹ ਹੁੰਦੇ ਆ ਜਾਨਵਰਾਂ ਵਾਲੇ, ਪਸ਼ੂਆਂ ਵਾਲੇ। ਇੱਥੇ ਸਾਰਾ ਇਸ਼ਾਰਾ ਉਹਨਾਂ ਜੀਵਾਂ ਦੇ ਵੱਲ, ਉਹਨਾਂ ਬੰਦਿਆਂ ਦੇ ਵੱਲ ਜਿਨ੍ਹਾਂ ਦੀ ਭਾਵਨਾ ਪਸ਼ੂਆਂ ਵਾਲੀ ਹੈ। ਤੇ ਇਹੋ ਜਿਹੇ ਪਸ਼ੂਆਂ ਨੂੰ ਵੀ ਪਾਰ ਉਤਾਰੇ ਕੀਤੇ ਆ ਸਤਿਗੁਰਾਂ ਨੇ, ਜੋ ਸ਼ਬਦ ਬਖਸ਼ਿਆ ਹੈ, ਨਾਮ ਬਖਸ਼ਿਆ ਹੈ, ਅੰਦਰਲਾ ਗਿਆਨ ਬਖਸ਼ਿਆ ਕੀਤਾ, ਇਹੋ ਜਿਹੇ ਪਸ਼ੂਆਂ ਨੂੰ ਵੀ ਤਾਰਨਾ ਕਰ ਦਿੱਤਾ ਹੈ ਸਤਿਗੁਰਾਂ ਨੇ। ਕਿ ਪਸ਼ੂ ਅੱਗੇ ਆਉਂਦਾ ਪ੍ਰੇਤ। ਹੁਣ ਜਾਮਾ ਇਨਸਾਨ ਦਾ ਹੀ ਹੈ, ਪਰ ਅੰਦਰ ਹਰਕਤਾਂ ਜਿਹੜੀਆਂ ਹੁੰਦੀਆਂ ਉਹ ਪਸ਼ੂਆਂ ਵਾਲੀਆਂ ਹੁੰਦੀਆਂ। ਸੁਭਾਅ ਜਿਹੜਾ ਪਸ਼ੂਆਂ ਵਾਲਾ ਹੁੰਦਾ ਹੈ। ਹਰ ਇੱਕ ਨੂੰ ਵੱਢ ਖਾ ਕੇ ਪੈਣਾ, ਦਇਆ ਤਰਸਣਾ ਹੋਣਾ, ਪ੍ਰੇਮ ਨਾ ਹੋਣਾ, ਲੜਾਈ ਝਗੜੇ, ਇਹ ਪਸ਼ੂਆਂ ਵਾਲੀ ਗੱਲ ਹੈ। ਕਹਿੰਦੇ ਨਾ ਮਹਾਰਾਜ ਕਿ ਪਸ਼ੂ ਵੀ ਜਗ ਵਿੱਚ ਖਾਂਦੇ ਪੀਂਦੇ ਪੈਦਾ ਕਰਨ ਸਦਾ ਸੰਤਾਨ, ਐ ਪਰ ਬੰਦਾ ਜਗ ਵਿੱਚ ਭੇਜਿਆ ਈਸ਼ਵਰ ਆਪਣੇ ਗੁਣਾ ਸਮਾਨ। ਉਹ ਖਾਂਦੇ ਪੀਂਦੇ ਭਾਈ ਪਸ਼ੂ ਵੀ ਹੈ, ਬੱਚੇ ਪੈਦਾ ਉਹ ਵੀ ਕਰਦੇ ਆ, ਆਪਣੇ ਬੱਚਿਆਂ ਵਾਸਤੇ ਲੜਦੇ ਵੀ ਹੈ, ਰੋਂਦੇ ਵੀ ਹੈ। ਕਿਉਂਕਿ ਤਾਰ ਦੇ ਨਾਲ ਕਾਂ ਲੱਗ ਕੇ ਮਰ ਜਾਏ, ਝਟਕਾ ਲੱਗ ਜਾਂਦਾ ਹੈ। ਪਹਿਲਾਂ ਤਾਰਾਂ ਹੁੰਦੀਆਂ ਸੀ ਆਪਣੇ ਫਿਰਨੀ ਉੱਪਰ, ਬੜੇ ਕਾਂ ਮਾਰਦੇ ਹੁੰਦੇ ਸੀ ਤਾਰਾਂ 'ਤੇ ਬੈਠੇ ਆ, ਅਤੇ ਕਈ ਕਾਂ ਹੋਰ ਨਾਲ ਕਰਲਾਉਣ ਵਾਸਤੇ ਆ ਜਾਂਦੇ ਸੀ, ਰੋਂਦੇ ਸੀ ਸਾਰੇ। ਅਤੇ ਬੰਦਾ ਵੀ ਇੱਦਾਂ ਹੀ ਕਰਦਾ ਹੈ। ਇੱਕ ਬਾਂਦਰੀ ਹੈ, ਉਹਦਾ ਬੱਚਾ ਮਰ ਜਾਂਦਾ ਹੈ, ਉਹਨਾਂ ਚਿਰ ਨਹੀਂ ਛੱਡਦੀ ਉਹ, ਜਿੰਨਾ ਚਿਰ ਉਹਦੇ ਕੀੜੇ ਨਹੀਂ ਪੈ ਜਾਂਦੇ, ਬਦਬੂ ਨਹੀਂ ਮਾਰ ਲੱਪਦਾ, ਉਹਨਾਂ ਚਿਰ ਨਹੀਂ ਛੱਡਦੀ ਉਹ ਆਪਣੇ ਬੱਚਿਆਂ ਵਾਸਤੇ ਲੜਦੇ ਵੀ ਹੈ। ਕਿਸੇ ਕੋਲ ਰੋਟੀ ਖੋਹ ਕੇ ਭਜਾਉਂਦੇ, ਉਹਨਾਂ ਮੂੰਹ ਅੰਦਰ ਪਾਉਂਦੇ ਆ। ਅਤੇ ਇਹੋ ਜਿਹੇ ਕਰਮ ਤਾਂ ਬੰਦਾ ਵੀ ਕਰਦਾ ਹੈ ਅਤੇ ਜਾਨਵਰ ਵੀ ਕਰਦਾ। ਫਰਕ ਕੀ ਹੈ? ਕਹਿੰਦੇ ਨਾ ਪਸ਼ੂ ਵੀ ਜਗ ਵਿੱਚ ਖਾਂਦੇ ਪੀਂਦੇ ਪੈਦਾ ਕਰਨ ਸਦਾ ਸੰਤਾਨ। ਹੁਣ ਪਸ਼ੂ ਵੀ ਸੰਤਾਨ ਪੈਦਾ ਕਰਦੇ ਨੇ, ਉਹ ਵੀ ਆਪਣੇ ਬੱਚਿਆਂ ਵਾਸਤੇ ਜਿਉਂਦੇ ਨੇ, ਮਰਦੇ ਨੇ, ਸਭ ਕੁਝ ਕਰਦੇ ਨੇ। ਜੇ ਕੋਈ ਦੂਰ ਚਲਾ ਜਾਏ ਉਹ ਵੀ ਰੋਂਦੇ ਆ, ਕਰਲਾਉਂਦੇ ਆ, ਉਹ ਵੀ ਦੁਖੀ ਹੁੰਦੇ ਆ। ਕਹਿੰਦੇ ਲੈ ਬੰਦਾ ਤਾਂ ਸੂਈ ਕੁੱਤੀ ਵਾਂਗੂ ਪੈਂਦਾ, ਜਿੱਦਾਂ ਕੁੱਤੀ ਬੱਚੇ ਉੱਠ ਕੇ ਪੈਂਦੀ ਨਾ, ਇਹ ਬੰਦਾ ਇੱਦਾਂ ਸਾਨੂੰ ਪੈਂਦਾ। ਹੁਣ ਕੁੱਤੀ ਕਿਉਂ ਪੈਂਦੀ ਹੈ? ਕਿਉਂਕਿ ਉਹਦੇ ਅੰਦਰ ਡਰ ਹੁੰਦਾ ਹੈ, ਪ੍ਰੇਮ ਹੁੰਦਾ ਹੈ ਬੱਚਿਆਂ ਲਈ, ਕਿ ਕਿਤੇ ਮੇਰਾ ਬੱਚਾ ਹੈ ਇਹ ਲੈ ਨਾ ਜਾਏ ਚੱਕ ਕੇ, ਉਹ ਤਾਂ ਉੱਠ ਕੇ ਪੈਂਦੀ ਹੈ। ਅਤੇ ਬੰਦਾ ਵੀ ਇੱਦਾਂ ਹੀ ਕਰਦਾ ਹੈ। ਬੰਦਾ ਬੱਚਿਆਂ ਵਾਸਤੇ ਕੀ ਕੁਝ ਨਹੀਂ ਕਰਦਾ, ਲੜਦਾ ਹੈ, ਮਰਦਾ ਹੈ, ਖੂਨ ਵੀ ਵਹਾਉਂਦਾ ਹੈ। ਅਤੇ ਪਸ਼ੂ ਵੀ ਇੱਦਾਂ ਕਰਦੇ ਆ। ਫਰਕ ਕੀ ਹੈ?
ਪਸ਼ੂ ਵੀ ਖਾਂਦੇ ਪੀਂਦੇ, ਰਜ ਕੇ ਖਾਂਦੇ, ਬੰਦਾ ਵੀ ਖਾਂਦਾ ਪੀਂਦਾ, ਉਹ ਵੀ ਸੰਤਾਨ ਪੈਦਾ ਕਰਦੇ, ਇਹ ਵੀ ਸੰਤਾਨ ਪੈਦਾ ਕਰਦਾ। ਪਰ ਫਰਕ, ਪਸ਼ੂ ਵੀ ਜਗ ਵਿੱਚ ਖਾਂਦੇ ਪੀਂਦੇ ਪੈਦਾ ਕਰਨ ਸਦਾ ਸੰਤਾਨ ਐ, ਪਰ ਬੰਦਾ ਜਗ ਵਿੱਚ ਭੇਜਿਆ ਈਸ਼ਵਰ ਆਪਣੇ ਗੁਣਾਂ ਸਮਾ ਕੇ। ਪਰਮਾਤਮਾ ਦੇ ਗੁਣ ਜਿਹੜੇ ਹੈ ਉਹ ਸਾਰੇ ਸਾਰੇ ਬੰਦੇ ਅੰਦਰ ਹੈ, ਉਹ ਹੋਰ ਕਿਸੇ ਦੇ ਅੰਦਰ ਨਹੀਂ ਹੈ। ਉਹ ਸਾਰੇ ਸਾਰੇ ਗੁਣ ਬੰਦੇ ਅੰਦਰ ਹੈ, ਪਸ਼ੂਆਂ ਅੰਦਰ ਨਹੀਂ ਹੈ, ਜਾਨਵਰਾਂ ਅੰਦਰ ਨਹੀਂ ਹੈ, ਪਰਿੰਦਿਆਂ ਅੰਦਰ ਨਹੀਂ ਹੈ। ਉਹ ਗੁਣ ਸਾਰੇ ਬੰਦੇ ਅੰਦਰ ਹੈ। ਤੇ ਗੁਣ ਉਜਾਗਰ ਕਿੱਦਾਂ ਹੁੰਦੇ? ਜਦੋਂ ਸਤਿਗੁਰੂ ਜੀਵਨ ਵਿੱਚ ਆਉਂਦਾ ਹੈ, ਸ਼ਬਦ ਜੀਵਨ ਵਿੱਚ ਆਉਂਦਾ ਹੈ, ਫਿਰ ਉਹ ਗੁਣ ਉਜਾਗਰ ਹੁੰਦੇ ਆ। ਕਹਿੰਦੇ ਰੱਬੀ ਇਸ ਗਿਆਨ ਦਾ ਹਰ ਹਿਰਦੇ ਵਿੱਚ ਵਾਸ, ਸ਼ਬਦ ਗੁਰੂ ਬਿਨ ਉਸ ਦਾ ਹੁੰਦਾ ਨਹੀਂ ਪ੍ਰਕਾਸ਼। ਉਹ ਗਿਆਨ ਜਿਹੜਾ, ਗੁਣ ਜਿਹੜੇ ਸਾਰਿਆਂ ਅੰਦਰ ਹੀ ਹੈ। ਜਿੰਨੇ ਜੀਵ ਇਸ ਦੁਨੀਆ ਉੱਤੇ ਹੈ, ਨਰ ਨਾਰੀ ਹੈ, ਉਹ ਗਿਆਨ, ਉਹ ਗੁਣ ਸਾਰਿਆਂ ਦੇ ਹੀ ਅੰਦਰ ਹੈ। ਫਿਰ ਰੱਬੀ ਉਸ ਗਿਆਨ ਦਾ ਹਰ ਹਿਰਦੇ ਵਿੱਚ ਵਾਸ, ਪਰ ਸ਼ਬਦ ਗੁਰੂ ਬਿਨ ਉਸ ਦਾ ਹੁੰਦਾ ਨਹੀਂ ਪ੍ਰਕਾਸ਼। ਪਰ ਜਿੰਨਾ ਚਿਰ ਗੁਰੂ ਦਾ ਸ਼ਬਦ ਡੰਕਾ ਨਹੀਂ ਕਰਦਾ, ਚੋਟ ਨਹੀਂ ਕਰਦਾ, ਨਾਮ ਦਾ ਤਾਬ ਨਹੀਂ ਪੈਂਦਾ, ਉਹ ਗਿਆਨ ਜਾਗਰਤ ਨਹੀਂ ਹੁੰਦਾ, ਉਹ ਪ੍ਰਕਾਸ਼ ਜਾਗਰਤ ਨਹੀਂ ਹੁੰਦਾ, ਗੁਣ ਨਹੀਂ ਜਾਗਰਤ ਹੁੰਦੇ। ਹੈ ਸਾਰੇ ਦੇ ਅੰਦਰ ਹੀ ਹੈ, ਪਰ ਜਿਹੜੇ ਜਗੁਣਾ ਕਰ ਲੈਂਦੇ ਨੇ, ਪ੍ਰਕਾਸ਼ ਕਰ ਲੈਂਦੇ ਨੇ, ਉਹ ਫਿਰ ਉੱਪਰ ਉੱਠ ਜਾਂਦੇ ਆ। ਸਭ ਜੂਨਾਂ ਤੋਂ ਪਸ਼ੂ ਪਰਿੰਦਿਆਂ ਉੱਪਰ ਉੱਠ ਜਾਂਦੇ ਆ। ਸੋ ਵਡਿਆਈ ਬਖਸ਼ੀ ਹੈ ਨਰ ਨਾਰੀ ਨੂੰ, ਜੋ ਕਿਸੇ ਹੋਰ ਪਾਸ ਨਹੀਂ ਹੈ। ਸੋ ਪਸ਼ੂ ਅੱਗੇ ਆਉਂਦਾ ਹੈ ਪ੍ਰੇਤ। ਸੋ ਇਹੋ ਜਿਹੇ ਪਸ਼ੂ ਇਨਸਾਨਾਂ ਨੂੰ ਸਤਿਗੁਰਾਂ ਨੇ ਤਾਰਨਾ ਕੀਤਾ। ਹੁਣ ਕਦੇ ਸਮਾਂ ਸੀ ਅਸੀਂ ਵੀ ਤਾਂ ਪਸ਼ੂਆਂ ਬਰਾਬਰ ਸੀ, ਬਸ ਖਾ ਲਿਆ ਪੀ ਲਿਆ ਸੌ ਲਿਆ, ਇੱਧਰ ਦੌੜ ਲਿਆ ਉੱਧਰ ਦੌੜ ਲਿਆ, ਬਸ ਪਸ਼ੂ ਵੀ ਇੱਦਾਂ ਹੀ ਕਰਦੇ, ਖਾ ਲਿਆ ਪੀ ਲਿਆ ਸੌ ਲਿਆ, ਬਸ ਕੋਈ ਕਰਮ ਨਹੀਂ, ਨੇਕ ਕਰਮ ਨਹੀਂ, ਬੰਦਗੀ ਨਹੀਂ, ਅਭਿਆਸ ਨਹੀਂ, ਯੋਗ ਜੁਗਤ ਨਹੀਂ। ਪਰ ਹੁਣ ਸਤਿਗੁਰਾਂ ਨੇ ਕਿਰਪਾ ਕੀਤੀ, ਪਸ਼ੂਆਂ ਤੋਂ ਸਾਨੂੰ ਵੀ ਇਨਸਾਨ ਬਣਾਉਣਾ ਕਰ ਦਿੱਤਾ। ਸੋ ਇਹ ਸਾਰਾ ਇਸ਼ਾਰਾ ਇਨਸਾਨ ਦੇ ਵੱਲ ਹੈ। ਇਹੋ ਜਿਹੇ ਜੀਵ ਨੇ ਜਿਹਨਾਂ ਦੀ ਭਾਵਨਾ ਸੁਰਤੀ ਪਸ਼ੂਆਂ ਵਾਲੀ ਹੈ, ਦੇ ਸਾਨੂੰ ਇਨਸਾਨ ਹੀ ਹੈ। ਹੁਣ ਇਹੋ ਜਿਹੀ ਸਾਨੂੰ ਕਥਾ ਕਹਾਣੀ ਚਿੱਤੇ ਆ ਰਹੀ ਹੈ। ਇੱਕ ਕਥਾ ਕਹਾਣੀ ਤਾਂ ਲੰਬੀ ਹੈ, ਥੋੜ੍ਹੀ ਜਿਹੀ ਆਪਣਾ ਕਰਦੇ ਹਾਂ ਕਿ ਸੰਤ ਮਹਾਂਪੁਰਖ ਹੋਏ ਹੈ, ਉਹਨਾਂ ਦਾ ਇੱਕ ਸੇਵਕ ਚੇਲਾ ਹੈ। ਹੁਣ ਉਹ ਸੇਵਕ ਦੇ ਕੁਝ ਕਰਮ ਜਿਹੜੇ ਆ ਉਹ ਸਹੀ ਨਹੀਂ ਹੈ, ਆਗਿਆਕਾਰੀ ਨਹੀਂ ਹੈ, ਹੁਕਮ ਦੀ ਪਾਲਣਾ ਨਹੀਂ ਕਰਦਾ। ਹੁਣ ਸੰਤਾਂ ਨੇ ਸਮਝਾਉਣ ਵਾਸਤੇ ਤਰੀਕਾ ਦੇਖੋ ਕਿਹੜਾ ਲੱਭਿਆ। ਕਹਿਣ ਲੱਗੇ ਕਿ ਪਿਆਰਿਆ ਅੱਲਾ ਫੜ ਸ਼ੀਸ਼ਾ, ਆਹ ਸ਼ੀਸ਼ਾ ਹੈ, ਆਹ ਸੌਦਾ ਲੈ ਕੇ ਆਉਣਾ। ਇਹ ਸੌਦਾ ਉਸ ਤੋਂ ਲੈਣਾ ਹੈ ਕਿ ਜਿਹੜਾ ਇਨਸਾਨ ਹੋਵੇ, ਜਿਹੜਾ ਬੰਦਾ ਹੋਵੇ। ਕਹਿੰਦੇ ਮਹਾਰਾਜ ਇਹ ਕਿੱਦਾਂ ਦੀ ਗੱਲ ਹੋਵੇ, ਇਹ ਸਾਰੇ ਬੰਦੇ ਹੀ ਹੈ। ਜਿੰਨੇ ਕੋਈ ਰੇੜੀਆਂ ਲਾ ਕੇ ਬੈਠੇ, ਮੰਡੀਆਂ ਲਾ ਕੇ ਬੈਠੇ, ਸਾਰੇ ਬੰਦੇ ਹੀ ਹੈ, ਜਾਨਵਰ ਥੋੜ੍ਹੀ ਹੈ। ਕਹਿੰਦੇ ਨਹੀਂ, ਆਹ ਦਿੱਤਾ ਤੈਨੂੰ ਸ਼ੀਸ਼ਾ, ਇਹ ਸ਼ੀਸ਼ੇ ਵਿੱਚ ਵੇਖੀ ਉਹਨਾਂ ਦਾ ਮੁੱਖ ਤੈਨੂੰ ਨਜ਼ਰ ਆਉਣਗੇ, ਉਹ ਬੰਦਾ ਹੈ, ਇਹ ਜਾਨਵਰ ਹੈ, ਇਹ ਸ਼ੀਸ਼ਾ ਲੈ ਜਾ। ਤੇ ਸ਼ੀਸ਼ਾ ਲੈ ਗਿਆ ਇੱਕ ਰੇੜੀ 'ਤੇ, ਭਾਈ ਆਹ ਸੌਦਾ ਦੇ ਦੇ, ਮੇਰੇ ਸਤਿਗੁਰੂ ਨੇ ਮੰਗਾਇਆ। ਹੁਣ ਦੇਖਿਆ ਸ਼ੀਸ਼ਾ ਚੋਰੀ ਚੁੱਕ ਕੇ ਦੇਖਦਾ, ਸ਼ੀਸ਼ੇ ਦੇਖਿਆ ਤਾਂ ਬੰਦਾ ਜਿਹੜਾ ਜਾਨਵਰ ਹੈ, ਜਾਨਵਰ ਦੀ ਸੂਰਤ ਉਹਦੇ ਅੰਦਰ ਆ ਰਹੀ ਹੈ ਸ਼ੀਸ਼ੇ ਅੰਦਰ। ਫਿਰ ਦੌੜਿਆ ਤਾਂ ਨਹੀਂ ਭਾਈ ਮੈਂ ਤੇ ਤੂੰ ਸਮਾਨ ਲੈਣਾ। ਚਲ ਗਿਆ ਅੱਗੇ ਇੱਕ ਨਹੀਂ, ਦੋ ਨਹੀਂ, ਤਿੰਨ ਨਹੀਂ, ਹਜ਼ਾਰਾਂ ਹੀ ਰੇੜੀਆਂ ਤੈਅ ਕਰ ਲੈਂਦਾ, ਭਾਲ ਕਰਦਾ, ਕਿ ਬੰਦਾ ਕੋਈ ਲੱਭਦਾ ਨਹੀਂ। ਜਿਹਦੇ ਅੱਗੇ ਸ਼ੀਸ਼ਾ ਕਰਦਾ ਹੈ ਉਹ ਸਾਰੇ ਜਾਨਵਰ ਨਜ਼ਰ ਆਉਂਦੇ ਆ। ਇੱਦਾਂ ਹੀ ਅੱਗੇ ਜਾ ਕੇ ਅਖੀਰ 'ਤੇ ਹੁਣ ਥੱਕ ਹਾਰ ਕੇ ਇੱਕ ਬੰਦੇ ਕੋਲ ਜਾਂਦਾ, ਰੱਬ ਦੇ ਪਿਆਰੇ ਕੋਲ ਜਾਂਦਾ, ਜੋ ਬੰਦਗੀ ਵਾਲਾ, ਭਗਤੀ ਵਾਲਾ, ਅਭਿਆਸ ਵਾਲਾ ਹੈ, ਨਾਮਧਾਰੀ ਹੈ, ਜੋ ਉਹਦੇ ਕੋਲ ਜਾਂਦਾ, ਭਾਈ ਆ ਮੈਨੂੰ ਸਮਾਨ ਦੇ, ਮੇਰੇ ਸਤਿਗੁਰੂ ਨੇ ਮੰਗਾਇਆ। ਹੁਣ ਦੇਖਿਆ ਸ਼ੀਸ਼ੇ 'ਚ ਤਾਂ ਬੰਦਾ ਨਜ਼ਰ ਆਇਆ, ਬਾਕੀ ਸਾਰੇ ਜਾਨਵਰ ਨਜ਼ਰ ਆਏ, ਪਰਿੰਦੇ ਨਜ਼ਰ ਆਏ, ਉਹ ਇੱਕੋ ਇਨਸਾਨ ਬੰਦਾ ਨਜ਼ਰ ਆਇਆ ਸ਼ੀਸ਼ੇ ਵਿੱਚ। ਅਤੇ ਖੁਸ਼ੀ ਦੇ ਨਾਲ, ਚਾਅ ਦੇ ਨਾਲ ਸਮਾਨ ਲਿਆ, ਤੁਰ ਪਿਆ। ਹੁਣ ਆਪਣੇ ਦਰਗਾਹ 'ਤੇ ਗਿਆ ਗੁਰਾਂ ਦੀ, ਅਤੇ ਮਨ 'ਚ ਵਿਚਾਰ ਆਇਆ, ਚਲੋ ਸਾਰੇ ਬੰਦੇ ਪਰਖ ਕੀਤੀ ਹੈ ਸ਼ੀਸ਼ੇ ਦੇ ਜ਼ਰੀਏ, ਆਪਣੀ ਪਰਖ ਕਰਕੇ ਵੀ ਦੇਖ ਲਈਏ। ਪਰਖ ਤਾਂ ਕੀਤੀ ਸਾਰੇ ਬੰਦਿਆਂ ਦੀ, ਸ਼ੀਸ਼ੇ ਨੇ ਦੱਸਿਆ। ਹੁਣ ਆਪਣੀ ਪਰਖ ਕਰਕੇ ਦੇਖ ਲਈ ਅਸੀਂ ਬੰਦੇ ਹੈ ਕਿ ਨਹੀਂ ਹੈ। ਹੁਣ ਉਹੀ ਸ਼ੀਸ਼ਾ ਆਪਣੇ ਚਿਹਰੇ ਮੁਹਰੇ ਕੀਤਾ ਤਾਂ ਆਪ ਵੀ ਉਹ ਜਾਨਵਰ ਦਿਸਿਆ, ਪਸ਼ੂ ਦਿਸਿਆ। ਤੇ ਰੋਣ ਲੱਗਾ, ਪਛਤਾਉਣ ਲੱਗਾ, ਜਾ ਕੇ ਢਹਿਰੀ ਪੈ ਗਿਆ ਸਤਿਗੁਰੂ ਚਰਨਾਂ ਵਿੱਚ ਕਿ ਮਹਾਰਾਜ ਇੰਨੇ ਸਾਲ ਗੁਜ਼ਾਰਦੇ ਤੇ ਤੁਹਾਡੇ ਚਰਨਾਂ ਵਿੱਚ, ਪਰ ਮੈਂ ਬੰਦਾ ਨਹੀਂ ਬਣ ਸਕਿਆ।
ਸੰਤ ਮਹਾਂਪੁਰਖ ਬੜੇ ਪ੍ਰੇਮ ਨਾਲ ਹੱਸਦੇ ਮੁਸਕਰਾਉਂਦੇ ਕਿ ਪਿਆਰਿਆ ਇਸੇ ਵਾਸਤੇ ਦਿਨ ਤੋਰਿਆ ਸੀ ਕਿ ਆਪਣੇ ਆਪ ਦੀ ਪਛਾਣ ਕਰ ਸਕੇ। ਇਸੇ ਵਾਸਤੇ ਤੈਨੂੰ ਸ਼ੀਸ਼ਾ ਦਿੱਤਾ ਸੀ। ਇਹ ਦੂਸਰਿਆਂ ਵਾਸਤੇ ਸ਼ੀਸ਼ਾ ਤੈਨੂੰ ਨਹੀਂ ਸੀ ਦਿੱਤਾ, ਤੂੰ ਆਪਣੇ ਆਪ ਨੂੰ ਦੇਖ ਸਕੇ, ਪਛਾਣ ਸਕੇ ਇਸ ਦੇ ਅੰਦਰ, ਤਾਂ ਤੈਨੂੰ ਸ਼ੀਸ਼ਾ ਦਿੱਤਾ ਸੀ, ਤਾਂ ਤੈਨੂੰ ਤੋਰਿਆ ਸੀ। ਹੁਣ ਤੈਨੂੰ ਹੋ ਗਈ ਆਪਣੇ ਆਪ ਦੀ ਪਛਾਣ। ਆ ਹੁਣ ਤੈਨੂੰ ਬੰਦਾ ਅਸੀਂ ਬਣਾਉਣੇ ਆ। ਕਿੱਦਾਂ ਬੰਦਾ ਬਣਨਾ? ਕਹਿੰਦੇ ਨਾ ਉਹ ਬੰਦਿਆ ਬੰਦਾ ਬਣ ਜਾ। ਬੱਚੀ ਨੂੰ ਆਪਾਂ ਕਹਿੰਦੇ ਹਾਂ, ਸਿਆਣੇ ਵੀ ਕਹਿੰਦੇ ਹਾਂ ਕਿ ਬੰਦਿਆ ਬੰਦਾ ਬਣ ਜਾ। ਹੈ ਤਾਂ ਬੰਦਾ ਹੀ ਹੈ ਤੇ ਬੰਦਾ ਬਣ ਜਾ। ਇਹ ਕਿਉਂ? ਹੈ ਬੰਦਾ ਹੀ ਹੈ ਪਰ ਭਾਵਨਾ ਸੁਰਤ ਜੀ ਧਿਆਨ ਜਿਹੜਾ ਉਹ ਪਸ਼ੂਆਂ ਵਾਲੀ ਹੈ। ਉਹ ਸੇਵਕ ਪੈ ਗਿਆ ਚਰਨੀ ਸਤਿਗੁਰਾਂ ਦੇ, ਮਹਾਰਾਜ ਹੁਣ ਮੈਨੂੰ ਬੰਦਾ ਬਣਾ ਦਿਓ, ਹੁਣ ਇਨਸਾਨ ਬਣਾ ਦਿਓ। ਇਹ ਗੱਲ ਹੈ। ਹੁਣ ਅੱਗੇ ਗੱਲ ਆ ਗਈ ਪ੍ਰੇਤ ਦੀ। ਇਸ਼ਾਰਾ ਸਾਰਾ ਬੰਦਿਆਂ ਵੱਲ ਹੀ ਹੈ, ਇਨਸਾਨਾਂ ਵੱਲ ਹੀ, ਪ੍ਰੇਤਾਂ ਵੱਲ, ਭੂਤਾਂ ਵੱਲ ਜਾਂ ਜਾਨਵਰਾਂ ਵੱਲ ਨਹੀਂ ਹੈ। ਸਮਝਾਉਣ ਦਾ ਤਰੀਕਾ ਹੈ ਮਹਾਂਪੁਰਖਾਂ ਦਾ। ਹੁਣ ਅੱਗੇ ਆ ਗਈ ਪ੍ਰੇਤ ਦੀ ਗੱਲ। ਪ੍ਰੇਤ ਕਿਹਨੂੰ ਕਹਿੰਦੇ? ਭੂਤਾਂ ਨੂੰ। ਹੁਣ ਇਨਸਾਨਾਂ ਵਿੱਚ ਭੂਤ ਵੀ ਹੁੰਦੇ ਆ, ਪ੍ਰੇਤ ਵੀ ਹੁੰਦੇ ਆ। ਉਹ ਕਿੱਦਾਂ? ਹੁਣ ਇਹੋ ਜਿਹੇ ਪ੍ਰੇਤਾਂ ਨੂੰ ਵੀ ਤਾਰਨਾ ਕੀਤਾ, ਬਹਾਨਾ ਕੀਤਾ ਸੰਤਾਂ ਨੇ। ਹੁਣ ਇਨਸਾਨ ਜਿਹੜਾ ਉਹ ਪ੍ਰੇਤ ਕਿੱਦਾਂ ਹੈ? ਪ੍ਰੇਤ ਦਾ ਮਤਲਬ ਪਹਿਲਾਂ ਸਮਝੋ। ਪ੍ਰੇਤ ਕਿਹਨੂੰ ਕਹਿੰਦੇ ਆ? ਪ੍ਰੇਤ ਕਹਿੰਦੇ ਆ ਜੋ ਇਨਸਾਨ ਭਟਕਣਾ ਵਿੱਚ ਹੋਵੇ, ਜਿਹਦੇ ਟਿਕਾਊ ਨਾ ਹੋਵੇ, ਉਹਨੂੰ ਕਹਿੰਦੇ ਆ ਪ੍ਰੇਤ। ਹੁਣ ਤੁਸੀਂ ਗਿਣਤੀ ਕਰ ਲਓ ਕਿਹੜੇ ਕਿਹੜੇ ਇੱਥੇ ਭਟਕਣਾ ਵਿੱਚ ਹੈ ਤੇ ਕਿਹੜੇ ਟਿਕੇ ਹੋਏ ਆ। ਜਿਹੜਾ ਟਿਕਿਆ ਹੈ ਨਾ ਉਹ ਹੈਗਾ ਇਨਸਾਨ, ਉਹ ਹੈਗਾ ਬੰਦਾ। ਜਿਹੜਾ ਹੋਵੇ ਭਟਕਣਾ ਵਿੱਚ ਉਹ ਆ ਜਾਂਦਾ ਪ੍ਰੇਤਾਂ ਦੀ ਜੂਨੀ ਵਿੱਚ। ਹੁਣ ਗੁੱਸਾ ਕਰਨਾ ਕੋਈ ਗੱਲ ਸੱਚ ਦੀ ਹੈ। ਇੱਕ ਹਾਜ਼ਰੀ ਇੱਥੇ, ਇੱਕ ਹਾਜ਼ਰੀ ਫਿਰ ਅੱਗੇ। ਸੋਮਵਾਰ ਹੋ ਗਿਆ, ਮੰਗਲਵਾਰ ਹੋ ਗਿਆ, ਵੀਰਵਾਰ ਹੋ ਗਿਆ। ਆਪਣੇ ਆਪਣੇ ਦਿਨ ਮਿੱਥੇ ਹੋਏ ਆ, ਆਪਣੀ ਆਪਣੀ ਦਰਗਾਹਾਂ ਬਣਾਈਆਂ ਹੋਈਆਂ, ਸਤਿਗੁਰ ਬਣਾਏ ਹੋਏ ਆ। ਸਤਿਗੁਰ ਇੱਕੋ ਹੀ ਹੈ, ਪਰਮਾਤਮਾ ਇੱਕੋ ਹੀ ਹੈ। ਇੱਕੋ ਹੀ ਧਾਮ ਹੋਵੇ, ਇੱਕੋ ਹੀ ਸਤਿਗੁਰ ਹੋਵੇ, ਇੱਕ ਪਰਮਾਤਮਾ ਦੀ ਭਗਤੀ ਹੋਵੇ। ਕਿਉਂਕਿ ਸਾਰੇ ਸੰਤਾਂ ਮਹਾਂਪੁਰਖ ਹੁਕਾ ਦਿੱਤਾ ਹੈ ਨਾ, ਇੱਕ ਦੇ ਹੁਕਾ ਦਿੱਤਾ ਹੈ। ਗੋਡ ਇਜ਼ ਵਨ, ਇੱਕ ਓਂਕਾਰ, ਸਭ ਕਾ ਮਾਲਕ ਇੱਕ, ਵੋ ਹੀ ਇੱਕ ਬ੍ਰਹਮ। ਸਾਰਿਆਂ ਨੂੰ ਹੋਕਾ ਇੱਕ ਦਾ ਹੀ ਦਿੱਤਾ ਹੈ ਤੇ ਇੱਕ ਦੀ ਭਗਤੀ ਕਰੋ, ਇੱਕ ਦੀ ਬੰਦਗੀ ਕਰੋ। ਭਟਕਣਾਬਾਜ਼ੀ ਕਾਹਦੀ ਹੈ? ਹੁਣ ਜਿਹੜੇ ਜੀਵ ਪੈਂਦੇ ਨੇ ਭਟਕਣਬਾਜ਼ੀ ਵਿੱਚ, ਕਦੀ ਮੈਦਾਨੀ ਚਲੇ ਗਏ, ਕਦੀ ਪਹਾੜੀ ਚਲੇ ਗਏ, ਕਦੀ ਕਿਤੇ ਚਲੇ ਗਏ, ਕਿਤੇ ਚਲੇ ਗਏ, ਇਹਨੂੰ ਕਹਿੰਦੇ ਭਟਕਣਾ। ਜਿਹੜੇ ਪ੍ਰੇਤ ਹੁੰਦੇ ਆ ਉਹ ਇੱਕ ਥਾਂ 'ਤੇ ਟਿਕਦੇ ਹੀ ਨਹੀਂ ਹੈ। ਜਿਹੜੇ ਭੂਤ ਹੁੰਦੇ ਆ, ਜਿਹੜੇ ਭੂਤਾਂ ਦੀ ਜੂਨਾਂ ਵਿੱਚ ਹੁੰਦੇ ਆ, ਅਵਗਤ ਰੂਹਾਂ ਹੁੰਦੀਆਂ, ਉਹ ਇੱਕ ਥਾਂ 'ਤੇ ਟਿਕਦੀਆਂ ਹੀ ਨਹੀਂ ਹੈ, ਭਟਕਦੀਆਂ ਰਹਿੰਦੀਆਂ। ਉਹ ਭਟਕਣਬਾਜ਼ੀ 'ਚ ਹੁੰਦੀਆਂ, ਉਹ ਹੁੰਦੇ ਪ੍ਰੇਤ। ਅਤੇ ਇਹੋ ਜਿਹੇ ਪ੍ਰੇਤ ਇਨਸਾਨ ਵੀ ਹੈ ਜੋ ਇੱਕ ਥਾਂ 'ਤੇ ਦਰਗਾਹ 'ਤੇ ਟਿਕਦੇ ਹੀ ਨਹੀਂ ਹੈ। ਉਹ ਹੁੰਦੇ ਆ ਪ੍ਰੇਤਾਂ ਦੀ ਜੂਨੀ ਵਿੱਚ। ਹੈ ਇਨਸਾਨ ਹੀ ਹੈ ਪਰ ਅੰਦਰ ਭਾਵਨਾ ਜਿਹੜੀ ਹੈ ਉਹ ਪ੍ਰੇਤਾਂ ਵਾਲੀ ਹੈ, ਟਿਕਾਓ ਨਹੀਂ ਹੈ, ਠਹਿਰਾਓ ਨਹੀਂ ਹੈ। ਉਹ ਆ ਜਾਂਦੇ ਪ੍ਰੇਤਾਂ ਦੀ ਜੂਨੀ ਵਿੱਚ। ਅਤੇ ਇਹੋ ਜਿਹੇ ਭਟਕਦਿਆਂ ਨੂੰ ਵੀ ਮੇਰੇ ਸਤਿਗੁਰਾਂ ਨੇ ਹਾਰੋ ਤਾਜ਼ੇ ਕਰ ਦਿੱਤੇ ਹੈ। ਜਿਹੜੇ ਕਦੇ ਯਾਤਰਾ ਕਰਨ ਜਾਇਆ ਕਰਦਾ ਸੀ ਗੰਗਾ 'ਤੇ, ਸਾਲਾਂ ਬੱਧੀ ਭਟਕਣਾ ਵਿੱਚ ਸੀ, ਉਹਨਾਂ 'ਤੇ ਕਿਰਪਾ ਕੀਤੀ ਮਹਾਰਾਜ ਨੇ। ਟਿਕਾਓ ਅੰਦਰ ਲਿਆਂਦਾ, ਠਹਿਰਾਓ ਅੰਦਰ ਲਿਆਂਦੇ, ਜੋੜਿਆ ਕਦੇ ਭਗਤੀ ਦੇ ਨਾਲ। ਉਹ ਵੀ ਅੱਜ ਸਤਿਗੁਰੂ ਹੋ ਗਏ ਹੈ, ਉਹ ਵੀ ਅੱਜ ਰੱਬ ਹੋ ਗਏ ਹੈ, ਉਹ ਵੀ ਭਗਵਾਨ ਹੋ ਗਏ। ਇਹੋ ਜਿਹੇ ਸੰਤ ਮਹਾਂਪੁਰਖ ਬਹੁਤ ਹੋਏ ਹੈ, ਗੁਰੂ ਵੀ ਇਹੋ ਜਿਹੇ ਬਹੁਤ ਹੋਏ ਜੋ ਪਹਿਲਾਂ ਕਰਮਕਾਂਡਾਂ ਵਿੱਚ ਸੀ, ਭਟਕਣਾ ਵਿੱਚ ਸੀ, ਅਤੇ ਅੱਜ ਰੱਬ ਹੋ ਗਏ। ਲੋਕੀ ਪੂਜਦੇ ਉਹਨਾਂ ਨੂੰ। ਇਹੋ ਜਿਹੀ ਕਿਰਪਾ ਕੀਤੀ ਸ਼ਬਦ ਗੁਰੂ ਨੇ। ਪ੍ਰੇਤ ਇਸ਼ਾਰਾ ਇਨਸਾਨ ਦੇ ਵੱਲ ਹੈ ਜੋ ਭਟਕਣਬਾਜ਼ੀ ਵਿੱਚ ਹੈ, ਜੋ ਭਟਕਦੇ ਰਹਿੰਦੇ ਨੇ, ਦਰ ਦਰ 'ਤੇ ਭਿਖਾਰੀ ਬਣੇ ਰਹਿੰਦੇ ਨੇ, ਉਹ ਪ੍ਰੇਤਾਂ ਵਿੱਚ ਆ ਜਾਂਦੇ ਹੈ, ਭੂਤਾਂ ਵਿੱਚ ਆ ਜਾਂਦੇ, ਕਿਉਂਕਿ ਟਿਕਾਓ ਅੰਦਰ ਹੀ ਹੈ ਨਹੀਂ ਗਾ। ਇਸ਼ਾਰਾ ਸਾਰਾ ਬੰਦੇ ਵੱਲ ਹੈ, ਪਸ਼ੂਆਂ ਵੱਲ, ਪ੍ਰੇਤਾਂ ਵੱਲ ਕੋਈ ਇਸ਼ਾਰਾ ਨਹੀਂ ਹੈ। ਉਦਾਹਰਨ ਦਿੱਤੀ ਹੈ ਮਹਾਰਾਜ ਨੇ। ਅੱਗੇ ਆ ਗਿਆ ਮੁਗਧ। ਪਸ਼ੂ ਪ੍ਰੇਤ ਮੁਗਧ ਕਉ ਤਾਰੇ। ਮੁਗਧ ਕਹਿੰਦੇ ਨੇ ਮੂਰਖ ਇਨਸਾਨ ਨੂੰ, ਜਿਹਨੇ ਕਰਨੀ ਹੈ ਆਪਣੀ ਕਰਨੀ ਹੈ, ਬੋਲਣਾ ਹੈ ਆਪਣੇ ਹੀ ਬੋਲਣਾ ਹੈ। ਜਿੰਨਾ ਮਰਜ਼ੀ ਉਹਨੂੰ ਪਾਠ ਦੁਹਰਾਓ, ਸ਼ਬਦ ਦੁਹਰਾਓ, ਪਰ ਉਹਨੇ ਤਾਂ ਉਹੀ ਕਹਿਣਾ, ਉਹੀ ਬੋਲਣਾ ਜੋ ਉਹਦਾ ਮਨ ਕਹਿੰਦਾ ਹੈ। ਅਤੇ ਇਹੋ ਜਿਹੇ ਮੂਰਖਾਂ ਨੂੰ ਗੁਰੂ ਨਾਨਕ ਨੇ ਤਾਰਨਾ ਕੀਤਾ ਹੈ।
ਇਹੋ ਜਿਹੀ ਕਥਾ ਕਹਾਣੀ ਵੀ ਆਉਂਦੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ। ਅਤੇ ਇਹੋ ਜਿਹੇ ਬਹੁਤ ਮੂਰਖ ਹੋਏ ਆ ਇਨਸਾਨ, ਮਨਮੁੱਖ ਜਿਹਨੂੰ ਕਹਿ ਦਿੰਦੇ ਆ, ਜਿਹਦਾ ਮੁੱਖ ਮਨ ਦੇ ਵੱਲ ਹੁੰਦੀ, ਆਪਣੇ ਮਨ ਦੀਆਂ ਹੀ ਕਰਦੇ ਆ, ਮਨ ਮੂਰਖ ਨੂੰ ਕਹਿ ਦਿੰਦੇ ਆ। ਅਤੇ ਇਹੋ ਜਿਹੇ ਮਨ ਮੂਰਖਾਂ ਨੂੰ ਬੜਿਆਂ ਨੂੰ ਤਾਰਨਾ ਕੀਤਾ ਗੁਰੂਆਂ ਰਹਿਬਰਾਂ ਨੇ, ਇੱਕ ਨੂੰ ਨਹੀਂ ਤਾਰਨਾ ਕੀਤਾ। ਜਿਹੜੇ ਆਪਣੇ ਮਨ ਦੀ ਕਰਦੇ ਆ, ਸਤਿਗੁਰ ਦੇ ਕਹੇ 'ਤੇ ਨਹੀਂ ਚੱਲਦੇ, ਪਰਮਾਤਮਾ ਦੇ ਇਸ਼ਾਰੇ 'ਤੇ ਨਹੀਂ ਚੱਲਦੇ, ਉਹਨੂੰ ਕਹਿੰਦੇ ਮਨ ਮੂਰਖ। ਅਤੇ ਇਹੋ ਜਿਹੇ ਮਨ ਮੂਰਖ ਨੇ ਗੁਰੂਆਂ ਨੇ ਤਾਰਨਾ ਕੀਤਾ ਹੈ, ਤੋਰੇ ਆਪਣੀ ਸਿੱਖੀ ਦੇ ਵੱਲ, ਆਪਣੇ ਹੁਕਮ ਦੇ ਵੱਲ, ਸ਼ਬਦ ਦੇ ਵੱਲ, ਕਿ ਭਾਈ ਇੱਧਰ ਤੁਰ। ਉਹ ਫਿਰ ਮਨਮੁਖ ਤੋਂ ਗੁਰਮੁਖ ਹੋ ਗਏ, ਮਨਮੁਖ ਤੋਂ ਗੁਰਮੁਖ ਹੋ ਗਏ ਆ। ਜਦੋਂ ਹੋਇਆ ਗੁਰਮੁਖ, ਫਿਰ ਹੋ ਗਏ ਪਾਰ ਉਤਾਰੇ। ਇੱਦਾਂ ਪਸ਼ੂ ਪ੍ਰੇਤ ਮੁਗਧ ਕਉ ਤਾਰੇ, ਤਾਰਨਾ ਕੀਤਾ ਗੁਰੂਆਂ ਰਹਿਬਰਾਂ ਨੇ ਇਹੋ ਜਿਹੀਆਂ ਪਸ਼ੂਆਂ ਨੂੰ, ਪ੍ਰੇਤਾਂ ਨੂੰ, ਮੂਰਖਾਂ ਨੂੰ ਤਾਰਨਾ ਕੀਤਾ ਹੈ। ਗਵਾਹ ਹੈ ਗੁਰੂਆਂ ਦੀ ਬਾਣੀ, ਸਤਿਗੁਰੂ ਮਹਾਰਾਜ ਗਵਾਹ ਹੈ। ਇਸ਼ਾਰਾ ਬੰਦੇ ਦੇ ਵੱਲ ਹੈ, ਇਸ਼ਾਰਾ ਕੋਈ ਪਸ਼ੂਆਂ ਵੱਲ ਨਹੀਂ ਹੈ। ਜਾਮਾ ਇਨਸਾਨ ਦਾ ਹੀ ਹੈ, ਪਰ ਅੰਦਰ ਪਸ਼ੂ ਬੈਠਾ ਹੈ, ਅੰਦਰ ਪ੍ਰੇਤ ਬੈਠਾ ਹੈ, ਅੰਦਰ ਮੂਰਖ ਜੀਵ ਬੈਠਾ ਹੈ। ਅੱਗੇ ਪਾਹਨ ਪਾਰ ਉਤਾਰੇ। ਹੁਣ ਪਾਹਨ ਦਾ ਭਾਵ ਹੁੰਦਾ ਹੈ ਕਿ ਪੱਥਰ। ਹੁਣ ਪੱਥਰ ਕਿਹੜਾ ਨਾਮਧਾਰੀ ਹੁੰਦੇ ਆ, ਪੱਥਰ ਕਿਹੜਾ ਸ਼ਬਦ ਗ੍ਰਹਿਣ ਕਰਦੇ ਆ, ਉਹ ਕਿਹੜਾ ਸਤਸੰਗ ਕਰਦੇ, ਭਗਤੀ ਕਰਦੇ ਆ। ਹੁਣ ਪੱਥਰ ਇੱਥੇ ਇਨਸਾਨ ਹੈ, ਕਹਿੰਦੇ ਭਾਵਨਾ ਹੁੰਦੀ ਹੈ ਪੱਥਰ ਵਾਲੀ, ਪੱਥਰ ਦੇ ਇਨਸਾਨ ਹੁੰਦੇ ਆ। ਹੁਣ ਕਿਸੇ ਦੇ ਗਲ 'ਤੇ ਛੁਰੀ ਚਲਾਉਣੀ ਹੈ, ਲੁੱਟ ਖੋਹ ਕਰਨੀ ਹੈ, ਤੇ ਕਿਹੜਾ ਇਨਸਾਨ ਕਰੇਗਾ? ਜਿਹਦੇ ਅੰਦਰ ਦਇਆ, ਜਿਹਦੇ ਅੰਦਰ ਤਰਸ ਹੈ ਨਾ, ਉਹ ਕਦੇ ਕਰ ਨਹੀਂ ਸਕਦਾ, ਕੰਬ ਜਾਏਗਾ। ਉਹ ਕਿਸੇ ਕੁੱਤੇ ਬਿੱਲੇ ਲਾਠੀ ਮਾਰਨੀ ਹੋਵੇ, ਉਦੋਂ ਹੀ ਕੰਬ ਜਾਏਗਾ, ਹੌਸਲਾ ਨਹੀਂ ਪੈਂਦਾ। ਕਿ ਜਿਹੜੇ ਹੁੰਦੇ ਆ ਪੱਥਰ ਦਿਲ ਇਨਸਾਨ, ਉਹ ਕਰਦੇ ਆ ਕਾਰਜ, ਉਹ ਕਰਦੇ ਆ ਕਰਮ। ਮੁਰਗੇ ਦੀ ਧੌਣ 'ਤੇ ਚਲਾਉਣੀ ਹੋਵੇ ਛੁਰੀ, ਪੱਥਰ ਦਿਲ ਚਲਾਏਗਾ, ਦਇਆ ਦਿਲ ਇਨਸਾਨ ਨਹੀਂ ਚਲਾਏਗਾ। ਜਿਹਦੇ ਅੰਦਰ ਦਇਆ, ਪੱਥਰ ਦਿਲ ਕਰਮ ਕਰੇਗਾ। ਕਿਸੇ ਨਾਲ ਗਾਲੀ ਗਲੋਚ ਕਰੇਗਾ, ਮਾਰ ਕੁੱਟ ਕਰੇਗਾ, ਤਾਂ ਪੱਥਰ ਦਿਲ ਇਨਸਾਨ ਕਰਮ ਕਰੇਗਾ। ਜਿਹਦੇ ਅੰਦਰ ਦਇਆ ਨਹੀਂ ਹੈ, ਤੇ ਇਹੋ ਜਿਹੇ ਪੱਥਰ ਦਿਲ ਇਨਸਾਨਾਂ ਨੂੰ ਵੀ ਸਤਿਗੁਰਾਂ ਨੇ ਮੋਮ ਕਰ ਦਿੱਤਾ ਹੈ। ਮੋਮ, ਕਿ ਮੋਮ 1 ਮਿੰਟ 'ਚ ਪਿਘਲ ਜਾਂਦਾ ਹੈ। ਸਾਹਮਣੇ ਕੁਝ ਹੁੰਦਾ ਹੋਵੇ ਤਾਂ ਦਇਆ ਜੀ, ਦਇਆ ਮੋਮ ਹੀ ਹੈ। ਕੋਈ ਇਹੋ ਜਿਹਾ ਕਰਮ ਹੁੰਦਾ ਹੋਵੇ ਦੁਖਦਾਈ, ਬੰਦੇ ਦੇ ਅੱਖਾਂ 'ਚ ਉਹਦੇ ਹੰਝੂ ਆ ਜਾਂਦੇ, ਦੇਖਦੇ ਸਾਰੇ। ਕਥਾ ਕਹਾਣੀ ਸੁਣਦੇ ਆ, ਹੰਝੂ ਆ ਜਾਂਦੇ ਨੇ, ਕਿਉਂਕਿ ਹੁਣ ਹਿਰਦਾ ਜਿਹੜਾ ਮੋਮ ਹੋ ਗਿਆ, ਪੱਥਰ ਨਹੀਂ ਹੁਣ ਰਹਿ ਗਿਆ, ਪਹਿਲਾਂ ਪੱਥਰ ਸੀ। ਸਾਡਾ ਵੀ ਕਦੇ ਇਹੋ ਜਿਹਾ ਸੁਭਾਅ ਹੁੰਦਾ ਸੀ। ਹੁਣ ਗੱਲਾਂ ਬਾਤ ਸਾਂਝੀਆਂ ਕਰਨ ਵਾਲੀਆਂ ਹੈ ਨਹੀਂ, ਕਿ ਸਾਡਾ ਦਿਲ ਕੋਈ ਪੱਥਰ ਹੋਇਆ ਕਰਦਾ ਸੀ। ਦਇਆ ਨਹੀਂ ਸੀ ਹੁੰਦੀ, ਤਰਸ ਨਹੀਂ ਸੀ ਹੁੰਦਾ ਹਿਰਦੇ ਅੰਦਰ, ਕਰਨੀ ਪਰਮਾਤਮਾ ਦੀ, ਸੱਟ ਦੇਣੀ, ਆਪਣੇ ਆਪ ਨੂੰ ਦੁਖੀ ਕਰਨਾ, ਆਉਂਦੇ ਜਾਂਦਿਆਂ ਲੱਤਾਂ ਗੋਡੇ ਕੰਧਾਂ 'ਚ ਮਾਰਨੀਆਂ, ਆਪਣੇ ਆਪ ਨੂੰ ਦੰਦੀਆਂ ਵੱਢਣੀਆਂ, ਦੁੱਖ ਦੇਣਾ। ਹਿਰਦਾ ਪੱਥਰ ਸੀ, ਦਇਆ ਨਹੀਂ ਸੀ ਕਿਸੇ 'ਤੇ ਆਉਂਦੀ, ਕਿਸੇ ਵੱਲ ਦੇਖ ਕੇ ਹੰਝੂ ਨਹੀਂ ਸੀ ਆਉਂਦਾ। ਪਰ ਅੱਜ ਆਉਂਦਾ ਹੈ, ਅੱਜ ਆਉਂਦਾ ਹੈ। ਜੇ ਕੋਈ ਰੋਂਦਾ ਸੀ, ਕੁਰਲਾਉਂਦਾ ਸੀ, ਅੱਖਾਂ 'ਚ ਹੰਝੂ ਨਹੀਂ ਸੀ ਆਉਂਦੇ, ਪਰ ਅੱਜ ਆ ਜਾਂਦੇ ਆ। ਅੱਜ ਕਥਾ ਕਹਾਣੀ ਸੁਣਦਿਆਂ ਹੀ ਹੰਝੂ ਆ ਜਾਂਦੇ ਆ। ਹੁਣ ਸਤਸੰਗ ਸੁਣਦੇ ਆ ਸੰਤਾਂ ਮਹਾਂਪੁਰਖਾਂ ਦਾ, ਉਹ ਇਹੋ ਜਿਹੀ ਕਥਾ ਕਹਾਣੀ ਕਰਦੇ ਨੇ ਕਿ ਹੰਝੂ ਆ ਜਾਂਦੇ ਆ। ਹੁਣ ਬਾਣੀ ਪੜ੍ਹਦੇ ਆ, ਬਾਣੀ ਵਿੱਚ ਇਹੋ ਜਿਹੀ ਕਥਾ ਕਹਾਣੀ ਆਉਂਦੀ ਹੈ ਕਿ ਹੰਝੂ ਆ ਜਾਂਦੇ ਆ, ਆਵਾਜ਼ ਤਬਦੀਲ ਹੋ ਜਾਂਦੀ ਹੈ ਬਾਣੀ ਪੜ੍ਹਦੇ ਆ। ਕਿਉਂਕਿ ਹੁਣ ਪੱਥਰ ਤੋਂ ਮੋਮ ਕਰ ਦਿੱਤਾ ਸਤਿਗੁਰਾਂ ਨੇ। ਪੱਥਰ ਇੱਥੇ ਆਮ ਪੱਥਰ ਨਹੀਂ ਹੈ ਜਿਨ੍ਹਾਂ ਦੇ ਪਾਰ ਉਤਾਰੇ ਕੀਤੇ, ਇੱਥੇ ਪੱਥਰ ਦਿਲ ਇਨਸਾਨਾਂ ਨੂੰ ਪਾਰ ਉਤਾਰੇ ਕੀਤੇ ਹੈ, ਮੋਮ ਕਰ ਦਿੱਤਾ ਉਹਨਾਂ ਨੂੰ। ਤੁਸੀਂ ਝਾਤੀ ਮਾਰ ਲਓ ਕਿ ਬੜੇ ਬੜੇ ਕਾਤਲ ਹੋਏ ਆ, ਜਿਹਦੇ ਬਾਅਦ ਸੰਤ ਮਹਾਂਪੁਰਖ ਹੋ ਗਏ ਆ। ਹੁਣ ਕਿਸੇ ਦਾ ਕਤਲ ਕਰਨਾ ਹੈ, ਉਹ ਦਇਆ ਦਿਲ ਇਨਸਾਨ ਨਹੀਂ ਕਰੇਗਾ, ਪੱਥਰ ਦਿਲ ਇਨਸਾਨ ਕਰੇਗਾ। ਇਹੋ ਜਿਹੇ ਬੜੇ ਹੋਏ ਆ, ਸੱਜਣ ਠੱਗ ਵਰਗੇ ਵੀ ਹੋਏ ਆ, ਬਾਲਮੀਕ ਬਟਵਾਰੇ ਵਰਗੇ ਵੀ ਹੋਏ ਆ। ਇੱਕ ਸੋਰੀ ਹੋਇਆ, ਬਹੁਤ ਹੋਏ ਆ। ਉਹ ਵੀ ਇਨਸਾਨ ਹੋਏ ਜਿਹੜੇ ਕੜਾਹੀਆਂ ਵਿੱਚ ਤੇਲ ਉਬਾਲਦੇ ਸੀ, ਬੰਦਿਆਂ ਨੂੰ ਫੜਦੇ ਸੀ ਅਤੇ ਤੇਲ ਵਿੱਚ ਉਬਾਲ ਕੇ ਖਾ ਜਾਂਦੇ ਸੀ। ਅਤੇ ਇਹੋ ਜਿਹੇ ਵੀ ਇਨਸਾਨਾਂ ਨੂੰ ਤਾਰਨਾ ਉਭਾਰਨਾ ਕੀਤਾ ਗੁਰੂਆਂ ਨੇ।
ਉਹ ਪੱਥਰ ਦੇ ਇਨਸਾਨ ਸੀ, ਜਿਹੜੇ ਕਿਸੇ ਦਇਆ ਤਾਂ ਨਹੀਂ ਕਰਦੇ, ਦਇਆ ਨਹੀਂ ਸੀ ਕਰਦੇ। ਇਹੋ ਜਿਹੇ ਕਾਤਲਾਂ ਨੂੰ ਵੀ ਪਾਰ ਉਤਾਰੇ ਕੀਤੇ ਆ ਗੁਰੂਆਂ ਨੇ। ਕਹਿੰਦੇ ਨੇ ਹਿਰਦੇ ਪਛਤਾਤਾਪ ਕਰ ਮਨ ਲੀਤੇ, ਜਿਨ੍ਹਾਂ ਦੋਸ਼ ਉਹਨਾਂ ਨੂੰ ਬਖਸ਼ਿਆ ਮੁਕਤੀਆਂ, ਸਮਝੂ ਗੁਰਾਂ ਦੇ ਦੋਸ਼। ਜਿਨ੍ਹਾਂ ਨੇ ਲੱਖ ਕਤਲ ਕਰਕੇ ਵੀ ਖਿਮਾ ਮੰਗ ਲਈ ਹੈ ਤੇ ਸਤਿਗੁਰਾਂ ਨੇ ਮੁਕਤੀ ਬਖਸ਼ੀ ਕਰ ਦਿੱਤੀ, ਅੰਦਰ ਹਿਰਦੇ ਮੋਮ ਕਰ ਦਿੱਤੇ ਉਹਨਾਂ ਦੇ। ਸੋ ਇਹ ਗੱਲਬਾਤ ਸਾਰੇ ਬੰਦੇ ਦੇ ਵੱਲ ਹੈ। ਕਿਸੇ ਪੱਥਰ ਨੂੰ ਨਹੀਂ ਤਾਰਿਆ, ਕਿਸੇ ਪਸ਼ੂ ਨੂੰ ਨਹੀਂ ਤਾਰਿਆ, ਕਿਸੇ ਪ੍ਰੇਤ ਨੂੰ ਨਹੀਂ ਤਾਰਿਆ, ਕਿਸੇ ਮੁਰਗ ਨੂੰ ਤਾਰਿਆ। ਇੱਥੇ ਸਾਰੇ ਇਸ਼ਾਰੇ ਬੰਦੇ ਦੇ ਵੱਲ ਹੈ, ਜਿਹਦੇ ਅੰਦਰ ਭਾਵਨਾ ਪਸ਼ੂਆਂ ਵਾਲੀ, ਅੰਦਰ ਭਾਵਨਾ ਪ੍ਰੇਤਾਂ ਵਾਲੀ ਹੈ, ਭਾਵਨਾ ਮੂਰਖਾਂ ਵਾਲੀ ਹੈ, ਭਾਵਨਾ ਪੱਥਰਾਂ ਵਾਲੀ ਹੈ। ਉਹਨਾਂ ਪੱਥਰਾਂ ਦਿਲ ਇਨਸਾਨਾਂ ਨੂੰ ਤਾਰਿਆ ਗੁਰੂਆਂ ਨੇ, ਨਹੀਂ ਤਾਂ ਪੱਥਰਾਂ ਨੂੰ ਨਹੀਂ ਤਾਰਿਆ। ਪੱਥਰਾਂ ਨੂੰ ਕੋਈ ਮੁਕਤੀ ਬਖਸ਼ੀ ਨਹੀਂ ਕੀਤੀ, ਪੱਥਰਾਂ ਨੂੰ ਕਿਤੇ ਰੱਬ ਨਾਲ ਮਿਲਾਉਣਾ ਨਹੀਂ ਕੀਤਾ, ਇਨਸਾਨਾਂ ਨੂੰ ਮਿਲਾਉਣਾ ਕੀਤਾ, ਇਨਸਾਨਾਂ ਦੇ ਪਾਰ ਉਤਾਰੇ ਕੀਤੇ ਜੋ ਅੰਦਰੋਂ ਪੱਥਰ ਦੇ ਇਨਸਾਨ ਸੀ। ਸੋ ਪਸ਼ੂ ਪ੍ਰੇਤ ਮੂਧ ਕੋ ਤਾਰੇ, ਪਾਹਨ ਪਾਰ ਉਤਾਰੇ। ਗੁਰੂਆਂ ਦੀ ਵਡਿਆਈ ਹੈ, ਅੰਦਰਲੇ ਗਿਆਨ ਦੀ, ਭਗਤੀ, ਪ੍ਰੇਮ ਦੀ ਵਡਿਆਈ ਹੈ। ਸੋ ਇਹਨੇ ਕਿ ਹਾਜ਼ਰੀਆਂ ਦਰ ਪ੍ਰਵਾਨ ਕਰੋ। ਸੋ ਗੱਲ ਜਿਹੜੀ ਹੈ ਬਿਲਕੁਲ ਸੱਚੋ ਸੱਚ ਹੈ। ਜਿਹਦੇ ਕੋਲ ਭਾਈ ਅਭਿਆਸ ਨਹੀਂ ਹੈ, ਸ਼ਬਦ ਨਹੀਂ ਹੈ, ਸੁੱਤ ਧਿਆਨ ਨਹੀਂ ਹੈ, ਉਹ ਪਸ਼ੂਆਂ ਵਿੱਚ ਤੇ ਇਨਸਾਨਾਂ ਵਿੱਚ ਕੋਈ ਖਾਸ ਫਰਕ ਨਹੀਂ ਹੈ, ਸਾਹਮਣੇ ਹੀ ਹੈ, ਬਰਾਬਰ ਹੀ ਹੈ। ਜਿਹੜੇ ਭਗਤੀ ਕਰਕੇ, ਪ੍ਰੇਮ ਕਰਕੇ, ਦਇਆ ਕਰਕੇ, ਗੁਨਾਹ ਕਰਕੇ ਉੱਪਰ ਉੱਠ ਜਾਂਦੇ ਆ, ਉਹ ਫਿਰ ਸਾਰਿਆਂ ਦੇ ਸਰਦਾਰ ਹੋ ਜਾਂਦੇ ਆ, ਭਗਵਾਨ ਹੋ ਜਾਂਦੇ ਆ। ਭਗਵਾਨ ਪੱਬੇ ਤੇ ਭਗਤੀ, ਪੱਬੇ ਤੇ ਭਉ ਪ੍ਰੇਮ, ਗੱਗੇ ਤੇ ਗਿਆਨ ਤੇ ਬਾਣ, ਇਹਨਾਂ ਗੁਣਾਂ ਦੇ ਨਾਲ ਭਰਪੂਰ ਇਨਸਾਨ, ਉਹ ਹੋ ਗਿਆ ਭਗਵਾਨ। ਉੱਠ ਗਿਆ ਇਹਨਾਂ ਪਸ਼ੂਆਂ ਤੋਂ ਉੱਪਰ, ਉੱਠ ਗਿਆ ਸੁੱਖਾਂ ਤੋਂ ਉੱਪਰ, ਉੱਠ ਗਿਆ ਦੁੱਖਾਂ ਤੋਂ ਉੱਪਰ। ਸਾਰੇ ਬੰਧਨ ਹੀ ਕੱਟੇ ਗਏ ਉਹਦੇ, ਸਾਰੇ ਬੰਧਨ ਹੀ ਕੱਟੇ ਗਏ। ਜੋ ਬੋਲੇ ਸੋ ਨ ਪਿਆਜ਼ਰ ਮੈਂ ਤ੍ਰਿਕਾਲਦਰਸ਼ੀ, ਸ੍ਰਿਸ਼ਟੀ ਕਰਤਾ ਵਾਲਮੀਕੀ, ਦਇਆਵਾਨ ਜੀ ਕੀ ਜੈ।